ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੀ ਆਪਣੀ ਜੋਤੀ, ਲੈ ਕੇ ਆਈ ਹਾਂ ਕਹਾਣੀ ਜ਼ਿੰਦਗੀ ਦੀ। ਕਹਾਣੀ ਜ਼ਿੰਦਗੀ ਦੇ ਵਿੱਚ ਨਵੀਂ ਗੱਲਬਾਤ ਜਿਹਦੇ ਉੱਪਰ ਅੱਜ ਅਸੀਂ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਹਾਣੀ ਜ਼ਿੰਦਗੀ ਦੀ ਹੈ ਕੀ ਆ। ਕਹਾਣੀ ਜ਼ਿੰਦਗੀ ਦੀ ਇੱਕ ਨਵਾਂ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ। ਕੁਝ ਹੈਲਥ ਇਸ਼ੂਜ਼, ਕੁਝ ਘਰੇਲੂ ਮਸਲੇ। ਤੁਸੀਂ ਵੀ ਆ ਸਕਦੇ ਹੋ, ਤੁਸੀਂ ਵੀ ਕਹਾਣੀ ਜ਼ਿੰਦਗੀ ਦਾ ਹਿੱਸਾ ਬਣ ਸਕਦੇ ਹੋ ਜੇਕਰ ਤੁਸੀਂ ਵੀ ਆਪਣੀ ਆਪ ਬੀਤੀ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ। ਸੰਗਤ ਟੀਵੀ ਤੇ ਆ ਕੇ ਤੁਸੀਂ ਵੀ ਮੇਰੇ ਨਾਲ ਕਹਾਣੀ ਜ਼ਿੰਦਗੀ ਦੇ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ। ਅੱਜ ਅਸੀਂ ਗੱਲਬਾਤ ਕਰਾਂਗੇ ਕੋਵਿਡ-19 ਦੇ ਬਾਰੇ, ਯਾਨੀ ਕਿ ਕਰੋਨਾ ਵਾਇਰਸ ਦੇ ਬਾਰੇ। ਕਰੋਨਾ ਵਾਇਰਸ ਤੁਹਾਨੂੰ ਸਭ ਨੂੰ ਹੁਣ ਇਹ ਨਾਮ ਬਹੁਤ ਹੀ ਅੱਛੀ ਤਰ੍ਹਾਂ ਪਤਾ ਆ। ਘਰ ਘਰ ਇਸ ਚੀਜ਼ ਦਾ ਡਰ ਫੈਲਿਆ ਹੋਇਆ ਆ। ਸਾਰੀ ਦੁਨੀਆ ਇਸ ਵਾਇਰਸ ਨੇ ਇਸ ਵੇਲੇ ਰੋਕ ਦਿੱਤੀ ਆ। ਇੱਕ ਪੋਜ਼ ਲੱਗ ਗਿਆ। ਅੱਜ ਉਸੇ ਕਰੋਨਾ ਵਾਇਰਸ ਦੇ ਜਿਹੜੇ ਸ਼ਿਕਾਰ ਹੋ ਚੁੱਕੇ ਸੀਗੇ, ਜਿਨ੍ਹਾਂ ਨੂੰ ਮਾਰਚ ਵਿੱਚ ਜਦੋਂ ਹਾਲੇ ਕਰੋਨਾ ਵਾਇਰਸ ਦਾ ਰੌਲਾ ਹੀ ਪਿਆ ਸੀ, ਉਹਨਾਂ ਨੂੰ ਵੀ ਕਰੋਨਾ ਵਾਇਰਸ ਉਦੋਂ ਹੋਈ ਸੀਗੀ। ਲੇਕਿਨ ਕਹਿੰਦੇ ਹੁੰਦੇ ਉਸ ਪਰਮਾਤਮਾ ਦੀ ਮਿਹਰ, ਉਸ ਰੱਬ ਦੀ ਮਿਹਰ, ਇਸ ਵੇਲੇ ਉਹ ਬਿਲਕੁਲ ਠੀਕ ਠਾਕ ਆ, ਆਪਣੀ ਫੈਮਿਲੀ ਦੇ ਵਿੱਚ ਆ, ਬੈਕ ਟੂ ਨੋਰਮਲ, ਆਪਣੇ ਕੰਮ ਤੇ ਹੈਗੇ ਆ, ਆਪਣੀ ਲਾਈਫ ਦੇ ਵਿੱਚ ਮੁੜ ਕੇ ਹੁਣ ਆਪਣਾ ਕੰਮਕਾਰ ਕਰ ਰਹੇ ਆ। ਅੱਜ ਉਹੀ ਗੈਸਟ ਸਾਡੇ ਰੂਬਰੂ ਹੋਏ ਆ ਜਿਹੜੇ ਕਿ ਦੱਸਣਗੇ ਕਿ ਜਦੋਂ ਉਹਨਾਂ ਨੂੰ ਮਾਰਚ ਦੇ ਵਿੱਚ ਕਰੋਨਾ ਵਾਇਰਸ ਹੋਈ ਸੀ, ਜਦੋਂ ਕਿ ਸਾਨੂੰ ਸਾਰਿਆਂ ਨੂੰ ਹਲੇ ਇੰਨਾ ਪਤਾ ਵੀ ਨਹੀਂ ਸੀਗਾ ਕਿ ਕਰੋਨਾ ਵਾਇਰਸ ਹੈ ਕੀ ਆ, ਕੀ ਹੁੰਦਾ ਇਹਦੇ ਨਾਲ, ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਫੈਮਲੀਜ਼ ਨੂੰ ਵੀ, ਆਪਣੇ ਆਪ ਨੂੰ ਵੀ। ਅੱਜ ਉਹ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜ ਚੁੱਕੇ ਆ ਤੇ ਉਹਨਾਂ ਦਾ ਮੈਂ ਸਵਾਗਤ ਕਰਾਂਗੀ। ਇਸ ਵੇਲੇ ਸਾਡੇ ਨਾਲ ਬੈਠੇ ਆ ਰਾਜੀਵ ਜੀ। ਰਾਜੀਵ, ਤੁਹਾਡਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਨਾਲ ਇਸ ਵੇਲੇ ਰਾਜੀਵ, ਜਿਨ੍ਹਾਂ ਨੇ ਆਪ ਬੀਤੀ ਗੱਲ ਅੱਜ ਸਾਨੂੰ ਦੱਸਣ ਆਏ ਆ, ਕਿਉਂਕਿ ਹੁਣ ਬਿਲਕੁਲ ਠੀਕ ਹੋ ਗਏ ਆ, ਪ੍ਰਮਾਤਮਾ ਦਾ ਸ਼ੁਕਰ ਆ, ਬਿਲਕੁਲ ਠੀਕ ਠਾਕ ਹੈਗੇ ਆ। ਜਿਵੇਂ ਕਿ ਮੈਂ ਹੁਣੇ ਵੀ ਕਿਹਾ ਕਿ ਉਹਨਾਂ ਨੂੰ ਅਰਲੀ ਮਾਰਚ ਦੇ ਵਿੱਚ, ਜਦੋਂ ਹਾਲੇ ਮੇਰਾ ਖਿਆਲ ਕਰੋਨਾ ਵਾਇਰਸ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਹੈ ਕੀ ਆ, ਸੁਣਨ ਵਿੱਚ ਆ ਗਿਆ ਸੀ ਇੱਕ ਵਾਇਰਸ ਫੈਲਿਆ ਹੋਇਆ ਆ, ਲੇਕਿਨ ਇਹ ਨਹੀਂ ਪਤਾ ਸੀਗਾ ਕਿ ਉਹ ਵਾਇਰਸ ਦੇ ਇਹ ਵੀ ਸ਼ਿਕਾਰ ਹੋਣਗੇ। ਪਰ ਪਰਮਾਤਮਾ ਦੀ ਮਿਹਰ ਹੁਣ ਇਸ ਵੇਲੇ ਬਿਲਕੁਲ ਠੀਕ ਆ ਤੇ ਆਪਣੀ ਆਪ ਬੀਤੀ ਸਾਡੇ ਨਾਲ ਸ਼ੇਅਰ ਕਰਨ ਆਇਆ। ਰਾਜੀਵ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦੀ ਕਿ ਤੁਹਾਨੂੰ ਕਰੋਨਾ ਵਾਇਰਸ ਕਦੋਂ ਹੋਈ ਸੀਗੀ? ਮੈਨੂੰ ਕਰੋਨਾ ਵਾਇਰਸ ਹੋਈ ਸੀ 22nd of March ਜੀ। ਮੰਡੇ ਸੀ ਲੋਕਡਾਊਨ 23rd। ਓਕੇ। ਮੈਨੂੰ ਸਿੰਪਟਮਸ 22nd of March ਸ਼ੁਰੂ ਹੋਏ ਸੀ ਸਿੰਪਟਮਸ। ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਵੀ ਇਹ ਕਰੋਨਾ ਵਾਇਰਸ ਦੇ ਹੀ ਸਿੰਪਟਮਸ ਆ? ਉਹਦਾ ਕਰੋਨਾ ਵਾਇਰਸ ਦਾ ਸਾਰੇ ਜਣਾਂ ਨੂੰ ਪਤਾ ਨਹੀਂ ਸੀ ਜੀ। ਸਿੰਪਟਮਸ ਥੋੜੇ ਪਤਾ ਸੀ ਕਿ ਖੰਘ ਛਿੜ ਪੈਣੀ, ਟੈਂਪਰੇਚਰ ਹੋ ਜਾਣਾ, ਫਟੀਗ ਹੋ ਜਾਣਾ ਜੀ। ਬਟ ਮੈਨੂੰ ਜਿਹੜੇ ਸਿੰਪਟਮਸ, ਮੈਂ ਗਾਰਡਨਿੰਗ ਕਰਦਾ ਸੀ ਉਸ ਟਾਈਮ। ਹਾਂਜੀ ਜੀ। ਐਂਡ 4-5 ਘੰਟੇ ਲੱਗ ਗਏ ਗਾਰਡਨਿੰਗ ਕਰਨ ਨੂੰ। ਫਿਰ ਬਾਅਦ ਵਿੱਚ ਆ ਕੇ ਮੇਰਾ ਜਿਸਮ ਬਹੁਤ ਦੁਖਣ ਲੱਗ ਪਿਆ। ਮਤਲਬ ਤੁਹਾਡੀ ਬਾਡੀ ਹਰਟ ਕਰਦੀ ਸੀ ਉਸ ਵੇਲੇ? ਬਹੁਤ ਜਿੰਨਾ ਫਟੀਗ, ਜਿੰਨਾ ਬਹੁਤ ਥੱਕਿਆ ਪਿਆ। ਮਤਲਬ ਜਦੋਂ ਆਪਾਂ ਘਰ ਦੇ ਕੰਮ ਕਰਦੇ ਆ, ਅਸੀਂ ਗਾਰਡਨਿੰਗ ਕਰ ਰਹੇ ਸੀ ਜਿੱਦਾਂ ਤੁਸੀਂ ਕਿਹਾ ਆ, ਆਮ ਆਪਾਂ ਕੰਮ ਕਰਦੇ ਕਰਦੇ ਥੱਕ ਜਾਂਦੇ ਆ, ਪਰ ਇਹ ਕੋਈ ਡਿਫਰੈਂਟ ਤਰ੍ਹਾਂ ਦੀ ਥਕਾਵਟ ਸੀਗੀ? ਮੈਂ ਪਤਾ ਕਿ ਮੈਂ ਆਮ ਰੈਗੂਲਰ ਬੰਦਾ, ਮੈਂ ਜਿਮ ਜਾਂਦਾ ਆ ਜੀ। ਮੈਂ ਕੰਟੀਨਿਊਸ 6 times 7 times a week। ਬਿਲਕੁਲ। ਨਾਲੇ ਜਿਹੜੀ ਦੀ ਤਕਲੀਫ ਸੀ, ਥੋੜੀ ਜਿਹੀ ਅਜੀਬ ਜੀ ਤਕਲੀਫ ਮੈਨੂੰ ਲੱਗੀ। ਮਤਲਬ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਕਿੱਦਾਂ ਕੀ ਹੋ ਰਿਹਾ ਆ? ਫਿਰ ਉਹ ਰਾਤ ਨੂੰ ਮੈਨੂੰ ਥੋੜੀ ਕੀ ਟੈਂਪਰੇਚਰ ਵੀ ਹੋਇਆ ਜੀ। ਮੈਂ ਆਪਣੀ ਵਾਈਫ ਨੂੰ ਪੁੱਛਿਆ, ਮੈਂ ਕਿ ਮੇਰੇ ਟੈਂਪਰੇਚਰ ਪਲੀਜ਼ ਮੈਜਰ ਕਰ ਲਈ। ਕਹਿੰਦੀ ਨਹੀਂ, ਟੈਂਪਰੇਚਰ ਤਾਂ ਲੱਗਦਾ ਨਹੀਂ ਹੈਗਾ। ਮੈਂ ਕਿਹਾ ਮੈਂ ਠੀਕ ਨਹੀਂ, ਆਪਣੇ ਆਪ ਨੂੰ ਫੀਲ ਕਰਦਾ। ਮਤਲਬ ਤੁਹਾਨੂੰ ਅੰਦਰੋਂ ਫੀਲਿੰਗਸ ਆ ਰਹੀਆਂ ਸੀ ਕਿ ਸਮਥਿੰਗ ਕੁਝ ਸਹੀ ਨਹੀਂ ਹੈਗਾ, ਡਿਫਰੈਂਟ। ਐਟ ਦੈਟ ਟਾਈਮ, ਉਹ ਸੰਡੇ ਰਾਤ ਨੂੰ ਸੀ, ਐਟ ਦੈਟ ਟਾਈਮ ਮੈਨੂੰ ਥੋੜੀ ਕੀ ਖੰਘ ਸ਼ੁਰੂ ਹੋਈ ਜੀ। ਸੋ ਗਿਆ, ਟੈਂਪਰੇਚਰ ਹੋਰ ਵੱਧ ਗਈ। ਫਿਰ ਟੈਂਪਰੇਚਰ ਚੈੱਕ ਕੀਤੀ, ਟੈਂਪਰੇਚਰ 37 ਤੱਕ ਪਹੁੰਚ ਗਈ ਸੀ। ਮਤਲਬ ਜਦੋਂ ਤੁਸੀਂ ਬਾਈ ਦਾ ਟਾਈਮ ਸਵੇਰ ਤੱਕ ਤੁਸੀਂ ਉੱਠੇ, ਤੁਹਾਡਾ ਟੈਂਪਰੇਚਰ ਹਾਈ ਹੋ ਚੁੱਕਾ ਸੀ। ਨਾਲੇ ਖੰਘ ਦੀ ਸ਼ਿਕਾਇਤ ਹੋਣ ਲੱਗੀ ਸੀ ਹੌਲੀ ਹੌਲੀ, ਨਾਲੇ ਫੇਰ ਵੀ ਜਿਸਮ ਟੁੱਟੀ ਜਾਵੇ। ਤੇ ਤੁਸੀਂ ਉਸ ਵੇਲੇ ਕੋਈ ਮੈਡੀਸਨ ਲਈ ਆ? ਜਿੱਦਾਂ ਘਰੇ ਆਪਾਂ ਕਈ ਵਾਰੀ ਆਮ ਅਸੀਂ ਜ਼ਿਆਦਾਤਰ ਪੈਰਾਸੀਟਾਮੋਲ ਜਾਂ ਕੋਈ ਵੀ ਪੇਨ ਕਿਲਰਸ ਕੋਈ ਵੀ ਲੈ ਲੈਂਦੇ ਆ, ਤੁਸੀਂ ਕੁਝ ਆਪੇ ਪਹਿਲਾਂ ਕੁਝ ਖਾਧਾ ਸੀ ਜਾਂ ਵੇਟ ਕੀਤੀ ਪਈ ਮੈਂ ਡਾਕਟਰ ਕੋਲ ਜਾਣਾ? ਨਹੀਂ, ਮੈਂ ਆਬਵੀਅਸਲੀ ਅਸੀਂ ਪੈਰਾਸੀਟਾਮੋਲ, ਓਕੇ, ਆਈਬੂਪ੍ਰੋਫੈਨ, ਐਂਟੀ ਇਨਫਲੇਮੇਟਰੀ ਟੈਬਲੇਟਸ ਉਹ ਤਾਂ ਖਾਧੀਆਂ ਜੀ।
ਫਿਰ ਮੈਂ ਜੀਪੀ ਨੂੰ ਫੋਨ ਕੀਤਾ ਸੀ ਮੰਡੇ ਹਾਂਜੀ ਐਂਡ ਜੀਪੀ ਮੈਨੂੰ ਕਹਿੰਦਾ ਮੇਰਾ ਖਿਆਲ ਦੇਖੋ ਚੈਸਟ ਇਨਫੈਕਸ਼ਨ ਸ਼ੁਰੂ ਹੋਣ ਲੱਗੀ। ਅੱਛਾ, ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਈ ਵੀ ਸਿੰਪਟਮਸ ਜਿਹੜੇ ਹੈਗੇ ਆ COVID-19 ਦੇ, ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਵੀ ਚੈਸਟ ਇਨਫੈਕਸ਼ਨ ਹੈਗੀ ਆ। ਬਿਕਾਜ਼ ਪਤਾ ਕਿ ਉਹ ਟਾਈਮ ਸੀ ਜਿਹੜੇ ਆ ਸਿੰਪਟਮਸ ਉਹਦੇ ਕ੍ਰਾਸਓਵਰ ਹੋ ਜਾਂਦੇ ਆ ਜੀ, ਬਿਕਾਜ਼ ਐਗਜ਼ੈਕਟਲੀ ਉਹੀ ਸਿੰਪਟਮਸ ਸਟਾਰਟ ਤੇ ਕਰੋਨਾ ਵਾਇਰਸ ਦੇ ਹੈਗੇ, ਚੈਸਟ ਇਨਫੈਕਸ਼ਨ ਤੇ। ਸੋ ਉਹਨਾਂ ਨੇ ਮੈਨੂੰ ਐਂਟੀਬਾਇਓਟਿਕਸ ਪ੍ਰਸਕ੍ਰਾਈਬ ਕੀਤੀ। ਇੱਥੇ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਬਿਕਾਜ਼ ਜਿਹੜੇ ਕਰੋਨਾ ਵਾਇਰਸ ਦੇ ਸਿੰਪਟਮ ਸ਼ੁਰੂ ਹੁੰਦੇ ਹੈਗੇ ਬਹੁਤ ਹੀ ਸਿਮਿਲਰ ਹੈਗੇ ਆ ਉਹ ਸਿੰਪਟਮਸ ਜਿਹੜੇ ਕਿ ਜਦੋਂ ਸਾਨੂੰ ਚੈਸਟ ਇਨਫੈਕਸ਼ਨ ਹੁੰਦੀ ਆ ਜਾਂ ਸਾਨੂੰ ਫੀਵਰ ਵਗੈਰਾ ਹੁੰਦਾ ਆ, ਜਿਹਦੇ ਕਰਕੇ ਮੇਰਾ ਖਿਆਲ ਅਰਲੀ ਜਦੋਂ ਸਟੇਜਿਸ ਤੇ ਆਪਾਂ ਸੀਗੇ, ਜਦੋਂ ਹਾਲੇ ਕਰੋਨਾ ਵਾਇਰਸ ਦਾ ਥੋੜਾ ਰੋਲਾ ਹੀ ਪੈਣਾ ਸ਼ੁਰੂ ਹੋਇਆ ਸੀ, ਮੇਰਾ ਖਿਆਲ ਕਿਸੇ ਵੀ ਡਾਕਟਰਸ ਨੂੰ ਜਾਂ ਸਾਨੂੰ ਖੁਦ ਨੂੰ ਨਹੀਂ ਪਤਾ ਸੀ ਵੀ ਕਿੱਦਾਂ ਦੇ ਸਿੰਪਟਮਸ ਹੈਗੇ ਆ, ਕੀ ਹੋ ਰਿਹਾ ਆ। ਸੋ ਡਾਕਟਰਸ ਨੂੰ ਉਸ ਵੇਲੇ ਜੋ ਸਮਝ ਆਈ ਤਾਂ ਉਹਨਾਂ ਨੇ ਤੁਹਾਨੂੰ ਉਹ ਚੀਜ਼ ਕਹੀ। ਮੈਂ ਐਂਟੀਬਾਇਓਟਿਕਸ ਮੈਂ ਸ਼ੁਰੂ ਕਰ ਲਏ ਜੀ 5 ਡੇਜ਼ ਦਾ ਕੋਰਸ ਸੀ। ਹਾਂਜੀ, about ਕਿੰਨੇ ਦਿਨ ਐਂਟੀਬਾਇਓਟਿਕਸ ਖਾਦੇ ਤੁਸੀਂ? ਉਹ ਮੈਂ ਖਾਦੇ ਸੀ 4 days 5 days ਕੋਰਸ ਕੰਪਲੀਟ ਹੋ ਗਿਆ ਸੀ ਜੀ। ਸੋ ਐਂਡ ਆਫ ਦ ਵੀਕ ਆਉਣ ਲੱਗਾ ਐਂਡ ਮੈਂ ਫੇਰ ਫੋਨ ਕੀਤਾ। ਮੈਂ ਕਿਹਾ ਤੁਸੀਂ ਫਿਰ ਕਿਉਂ ਫੋਨ ਕੀਤਾ? ਮੇਰੇ ਜਿਹੜੀ ਖੰਘ ਜ਼ਿਆਦਾ ਹੋਣ ਲੱਗ ਗਈ ਜੀ, ਜੇ ਟੈਂਪਰੇਚਰ ਇੰਨਾ ਹਾਈ, ਮੇਰੇ ਟੈਂਪਰੇਚਰ ਹੋ ਗਿਆ ਸੀ 38.9 ਕੰਟੀਨਿਊਸ। ਮਤਲਬ ਲਗਾਤਾਰ ਤੁਹਾਡਾ ਟੈਂਪਰੇਚਰ 38.9 ਤੇ ਰਿਹਾ ਹੈਗਾ। ਰਾਤ ਨੂੰ ਨੀਂਦ ਨਹੀਂ ਆਉਂਦੀ ਜੀ, ਖੰਘ ਜ਼ਿਆਦਾ ਇੰਟੈਂਸ ਹੋ ਗਈ ਖੰਘ, ਹਾਂ, ਨਾਲੇ ਟੈਂਪਰੇਚਰ ਇੰਨੀ ਹੋ ਗਈ, ਨਾਲੇ ਜੀ ਵੀ ਨਹੀਂ ਕਰਦਾ ਸੀ ਉੱਠਣ ਨੂੰ ਜੀ, ਜਿੰਨੇ ਇਵਨ ਬਾਥਰੂਮ ਜਾਣ ਨੂੰ ਕਿ ਨਾ ਨੂੰ। ਤੇ ਜਿਹੜੀ ਤੁਹਾਡੀ ਬਾਡੀ ਦੀ ਪੇਨ ਸੀਗੀ, ਜਿੱਦਾਂ ਤੁਸੀਂ ਕਿਹਾ ਜਦੋਂ ਤੁਹਾਨੂੰ ਸਟਾਰਟ ਹੋਇਆ ਸੀ ਤੁਹਾਨੂੰ ਆਪਣੇ ਆਪ ਨੂੰ ਲੱਗ ਰਿਹਾ ਸੀ ਬਾਡੀ ਪੇਨ ਹੋ ਰਹੀ ਆ, ਦੁੱਖ, ਉਹ ਵੀ ਨਾਲ ਉਦਾਂ ਹੀ ਸੀਗੀ ਜਾਂ ਬਾਡੀ ਦੀ ਪੇਨ ਘਟ ਗਈ ਸੀ? ਨਹੀਂ, ਉਹ ਇੰਟੈਂਸ ਜ਼ਿਆਦਾ ਹੋ ਗਈ ਸੀ, ਜ਼ਿਆਦਾ ਹੋ ਗਈ। ਫਿਰ ਲੱਤਾਂ ਸ਼ੁਰੂ ਹੋ ਜਾਂਦੀ ਆ, ਸਾਰੇ ਜਿਸਮ ਵਿੱਚ ਫੈਲ ਜਾਂਦੀ ਆ। ਰਾਈਟ, ਓਕੇ। ਤੇ ਫਿਰ ਤੁਸੀਂ ਜੀਪੀ ਨੂੰ ਫੋਨ ਕੀਤਾ ਦੁਬਾਰਾ? ਜੀ ਕਹਿੰਦੇ ਤੁਹਾਨੂੰ ਟੈਸਟ ਕਰਨਾ ਪੈਣਾ ਜੀ। ਉਹ ਟਾਈਮ ਤੇ ਟੈਸਟਿੰਗ ਆਲੇ ਕੰਪਲਸਰੀ ਨਹੀਂ ਸੀ, ਮਤਲਬ ਪਤਾ ਵੀ ਨਹੀਂ ਲੱਗਦਾ ਸੀ ਕੀ ਹੋ ਰਿਹਾ। ਸੋ ਸਾਡੀ ਜਿਹੜੀ ਜੀਪੀ ਸੀ ਜੀ, ਉਹਨਾਂ ਨੇ ਸੈਪਰੇਟ ਜਗ੍ਹਾ ਸੀ ਅਲੱਗਾ ਜਿੱਥੇ ਬਾਈ ਅਪਾਇੰਟਮੈਂਟ ਜਾਣਾ ਪੈਂਦਾ ਸੀ। ਹਾਂਜੀ, ਸੋ ਉਹ ਮੈਨੂੰ ਕਹਿੰਦੀ, ਮੈਨੂੰ ਟਾਈਮ ਦੇਤਾ ਅਪਾਇੰਟਮੈਂਟ ਵਾਸਤੇ, ਮੈਂ ਚਲ ਗਿਆ ਮੇਰੀ ਵਾਈਫ ਨਾਲ। ਨਾਲੇ ਮਤਲਬ ਜਦੋਂ ਤੁਹਾਨੂੰ ਉਹਨਾਂ ਨੇ ਅਪਾਇੰਟਮੈਂਟ ਤੇ ਉੱਥੇ ਬੁਲਾਇਆ ਹੈਗਾ, ਉਹਨਾਂ ਨੇ ਕੁਝ ਤੁਹਾਨੂੰ ਹਦਾਇਤਾਂ ਦਿੱਤੀਆਂ ਸੀ ਵੀ ਤੁਸੀਂ ਇੱਦਾਂ ਆਣਾ ਜਾਂ ਕਿੱਦਾਂ ਆਣਾ? ਕੋਈ ਦੱਸਿਆ ਗਿਆ ਸੀ, ਕੋਈ ਗਾਈਡਲਾਈਨਸ? ਐਨੀਥਿੰਗ ਗਾਈਡਲਾਈਨ ਸੀ ਕਿ ਉਹਦੇ ਤੁਸੀਂ ਕਾਰ ਪਾਰਕ ਚ ਆ ਜਾਓਗੇ, ਤੁਸੀਂ ਫੋਨ ਕਰ ਦੇਣਾ, ਡਾਕਟਰ ਤੁਹਾਨੂੰ ਆਪ ਗੱਡੀ ਤੋਂ ਲੈ ਕੇ, ਮਤਲਬ ਬਾਹਰ ਉਹ ਆਣਗੇ ਵਿਦਆਊਟ ਕੋਈ ਆਂਦਾ ਨਹੀਂ, ਤੁਸੀਂ ਬਾਹਰ ਨਹੀਂ ਮਤਲਬ ਨਿਕਲਣਾ ਘਰ ਦੇ ਵਿੱਚੋਂ। ਤੁਹਾਨੂੰ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਵੀ ਏਦਾਂ ਕਰਨਾ। ਟਾਈਮ ਸਲੋਟ ਐਲੋਕੇਸ਼ਨ ਹੁੰਦੀ ਹੈ ਜੀ ਜੀ, ਇੱਕ ਘੰਟਾ ਬਾਅਦ। ਸੋ ਜਿਹੜੀ ਸਰਜਰੀ ਫੁੱਲੀ ਬੰਦ ਸੀ। ਫਿਰ ਤੁਸੀਂ ਜਦੋਂ ਗਏ ਹੈਗੇ ਆ ਉੱਥੇ ਉਹ ਕਲੀਨਿਕ ਵਿੱਚ ਗਏ ਆ ਤੇ ਉਹਨਾਂ ਨੇ ਤੁਹਾਡੇ ਟੈਸਟ ਕੀਤੇ? ਪਹਿਲਾ ਡਾਕਟਰ ਆ ਗਿਆ ਬਾਹਰ ਇਨ PPE, ਉਹ ਪ੍ਰੋਟੈਕਟਿਵ ਗਿਆ ਜੀ, ਨਾਲੇ ਅੰਦਰ ਗਏ, ਉਹਨੇ ਮੇਰੀ ਪਹਿਲਾਂ ਛਾਤੀ ਸੁਣੀ ਬਿਕਾਜ਼ ਛਾਤੀ ਨਾਲ ਮੈਨੂੰ ਵੀਜ਼ ਹੋਣ ਜਾਂਦੇ, ਮੈਨੂੰ ਥੋੜੀ ਕੀ ਸਾਹ ਦੀ ਪ੍ਰੋਬਲਮ। ਉਹ ਟਾਈਮ ਮੈਨੂੰ ਪਤਾ ਲੱਗੀ ਸੀ ਸਾਹ ਦੀ ਪ੍ਰੋਬਲਮ ਵੀ ਹੋਊਗੀ ਐਂਡ ਉਹਨੇ ਮੈਨੂੰ ਉਹਦਾ ਹੀ ਮੈਨੂੰ ਕਹਿਤਾ, ਕਹਿੰਦਾ ਯੈਸ ਦੇਖੋ ਹੈਗੀ ਆ ਐਂਡ ਸੈਲਫ ਆਈਸੋਲੇਟ ਕਰੋ। ਯੈਸ, ਫਿਰ ਤੁਸੀਂ ਜਦੋਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹਿ ਦਿੱਤੀ ਵੀ ਯੈਸ ਤੁਹਾਡੇ ਕੋਲ ਹੈ ਕਰੋਨਾ ਵਾਇਰਸ, ਉਸ ਵੇਲੇ ਤੁਸੀਂ ਕਿੱਦਾਂ ਫੀਲ ਕੀਤਾ ਸੀ? ਵੀ ਤੁਹਾਨੂੰ ਕੋਈ ਡਰ ਲੱਗਿਆ ਸੀ? ਕਿੱਦਾਂ ਤੁਸੀਂ ਮਤਲਬ ਫੀਲ ਕੀਤਾ ਸੀਗਾ? ਬਿਕਾਜ਼ ਇਸ ਚੀਜ਼ ਦਾ ਇੰਨਾ ਡਰ ਫੈਲ ਤਾਂ ਗਿਆ ਸੀ, ਉਸ ਵੇਲੇ ਵੀ ਸ਼ੁਰੂ ਹੋ ਗਿਆ ਸੀਗਾ। ਮੈਨੂੰ ਡਰ ਤਾਂ ਨਹੀਂ ਲੱਗਾ ਸੀ, ਮੈਨੂੰ ਨਹੀਂ ਸਮਝ ਆਉਂਦੀ ਸੀ ਆ ਚੀਜ਼ ਤੋਂ ਅਸੀਂ ਨਿਕਲੀਏ ਕਿੰਦਾ ਬਾਹਰ। ਹਾਂ, ਵੀ ਕੀ ਕਰਨਾ, ਕੀ ਰੂਟ ਆ, ਕੀ ਟਾਈਮ ਲੈਪਸ ਆ, ਕੌਣ ਜਾਊਗੀ, ਹੋਰ ਕੀ ਸਿੰਪਟਮਸ ਜਿਹੜੇ ਹੋਗੇ। ਬਿਕਾਜ਼ ਉਹ ਟਾਈਮ ਤੇ ਮੈਨੂੰ ਸਾਹ ਦੀ ਕਸਰ ਹੋ ਗਈ ਸੀ, ਜ਼ਿਆਦਾ ਪ੍ਰੋਬਲਮ ਤੁਹਾਨੂੰ ਬਰੀਥਿੰਗ, ਨਾਲੇ ਫਿਰ ਐਟ ਦ ਸੇਮ ਟਾਈਮ ਖੰਘ ਵੀ ਨਾਲ। ਟੈਂਪਰੇਚਰ ਜਾਂਦੀ ਨਹੀਂ ਸੀ ਥੱਲੇ, ਮਤਲਬ ਟੈਂਪਰੇਚਰ ਤੁਹਾਡਾ ਲਗਾਤਾਰ ਉੱਥੇ ਹੀ ਰਿਹਾ। ਜਦੋਂ ਫਿਰ ਉਹਨਾਂ ਨੇ ਕਿਹਾ ਤੁਹਾਨੂੰ ਵੀ ਸੈਲਫ ਆਈਸੋਲੇਟ ਕਰੋ, ਆਬਵੀਅਸਲੀ ਤੁਸੀਂ ਫੈਮਿਲੀ ਨਾਲ ਬੱਚਿਆਂ ਨਾਲ ਘਰ ਵਿੱਚ ਆ, ਕਿੱਦਾਂ ਫਿਰ ਤੁਸੀਂ ਆਪਣੇ ਆਪ ਨੂੰ ਸੈਲਫ ਆਈਸੋਲੇਟ ਕੀਤਾ? ਸੈਲਫ ਆਈਸੋਲੇਸ਼ਨ ਅਸੀਂ ਕੀਤੀ ਸੀ, ਜਿਹੜਾ ਸਾਡਾ ਲਾਉਂਜ ਆ, ਅਸੀਂ ਮੇਰੀ ਵਾਈਫ ਨੇ ਅੱਧਾ ਸਪਲਿਟ ਕਰਤਾ ਜੀ, ਵਿਚਕਾਰ ਟੇਬਲ ਆਤਾ, ਇੱਕ ਮੇਰੀ ਸੈਪਰੇਟ ਸੈਟੀ ਸੀ ਜੀ, ਜਿਹੜੀ ਮੇਰੇ ਚਿਲਡਰਨ ਦੇ ਉਹਨਾਂ ਦੀ ਸੈਪਰੇਟ ਸੈਟੀ ਸੀ, ਮੇਰੇ ਜਿਹੜੀ ਭਾਂਡੇ ਰੋਟੀ ਵਾਸਤੇ ਉਹ ਸੈਪਰੇਟ ਸੀ ਜੀ। ਤੇ ਤੁਸੀਂ ਸੌਂਦੇ ਸੈਪਰੇਟ ਸੀ, ਤੁਹਾਡਾ ਬੈਡਰੂਮ ਸਾਰਾ ਮੇਰਾ ਬੈਡਰੂਮ ਸੈਪਰੇਟ ਹੋ ਗਿਆ, ਮੇਰੇ ਤੋਲੀਏ ਕੱਪੜੇ ਸਾਰਾ ਕੁਝ ਸੈਪਰੇਟ ਕਰਤਾ ਸੀ ਉਹ ਟਾਈਮ 'ਚ। ਮਤਲਬ ਦੇਖਿਆ ਜਾਵੇ ਉਹਨਾਂ ਨੇ ਫੈਮਿਲੀ ਨੇ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੇਰਾ ਖਿਆਲ ਤੁਹਾਨੂੰ ਇਦਾਂ ਵੀ ਹੈਂਡਲ ਕੀਤਾ ਵੀ ਤੁਸੀਂ ਇਦਾਂ ਲੋਨਲੀ ਨਾ ਫੀਲ ਕਰੋ ਜੇ ਇਕੱਲੇ ਉੱਪਰ, ਬਿਕਾਜ਼ ਆਮ ਇਹ ਕਹਿੰਦੇ ਹੈਗੇ ਆ ਕਿ ਤੁਸੀਂ ਸੈਲਫ ਆਈਸੋਲੇਟ ਕਰ ਲਓ ਇੱਕ ਕਮਰੇ ਦੇ ਵਿੱਚ। ਮੇਰਾ ਖਿਆਲ ਆ ਇੱਕ ਪਾਸੇ ਤਾਂ ਬੰਦਾ ਪਹਿਲਾਂ ਹੀ ਤੁਸੀਂ ਉਹ ਚੀਜ਼ ਨੂੰ ਟੈਕਲ ਕਰ ਰਹੇ ਹੋ, ਜੇ ਅਸੀਂ ਇਕੱਲੇ ਇੱਕ ਰੂਮ ਦੇ ਵਿੱਚ 2-3 ਹਫ਼ਤੇ ਰਹਿਣਾ ਹੋਵੇ, ਮੇਰਾ ਖਿਆਲ ਉਹਦੇ ਨਾਲ ਸਾਨੂੰ ਡਿਪਰੈਸ਼ਨ ਹੋਣ ਦਾ ਵੀ ਡਰ ਹੋ ਜਾਂਦਾ ਆ, ਤੁਹਾਡੀ ਐਂਗਜ਼ਾਇਟੀ ਲੈਵਲ ਵੀ ਵੱਧ ਸਕਦਾ। ਆਈ ਥਿੰਕ ਯੂਰ ਫੈਮਿਲੀ ਡਨ ਰੀਲੀ ਗੁੱਡ ਵੀ ਉਹਨਾਂ ਨੇ ਤੁਹਾਨੂੰ ਥੱਲੇ ਆਪਣਾ ਇੱਕ ਰੂਮ ਨੂੰ ਹਾਫ ਜਿੱਦਾਂ ਕਰਕੇ
ਦਿਨ ਦੇ ਟਾਈਮ ਤੇ ਤੁਸੀਂ ਨੀਚੇ ਰਹਿੰਦੇ ਸੀਗੇ ਤੇ ਰਾਤ ਨੂੰ ਤੁਸੀਂ ਹਾਂਜੀ ਹਾਂਜੀ ਸੋ ਇਨ ਅ ਵੇ ਦੇਖਿਆ ਜਾਵੇ ਫਿਰ ਤੁਸੀਂ ਆਪਣੀ ਜਿੱਦਾਂ ਫੈਮਿਲੀ ਦੇ ਵਿੱਚ ਸੀਗੇ, ਤੁਹਾਨੂੰ ਬੱਚੇ ਵੀ ਤੁਸੀਂ ਦੇਖ ਸਕਦੇ ਸੀ, ਘਰ ਦਾ ਐਟਮੋਸਫੇਅਰ ਵੀ, ਤੇ ਖਾਣਾ ਪੀਣਾ ਤੁਹਾਡਾ ਕਿੱਦਾਂ ਹੁੰਦਾ ਸੀਗਾ? ਫਿਰ ਕੀ ਖਾਧਾ ਤੁਸੀਂ ਉਸ ਦੌਰਾਨ? ਉਹ ਟਾਈਮ ਤੇ ਪਤਾ ਕਿ ਤੁਹਾਡੇ ਐਪੀਟਾਈਟ ਵੀ ਚਲ ਜਾਂਦੀ ਆ ਜੀ। ਡਿਊਰਿੰਗ ਜਦੋਂ ਮੈਨੂੰ ਕਰੋਨਾ ਵਾਇਰਸ ਹੋਈ ਸੀ, COVID-19 ਹੋਈ ਸੀ, ਮੈਂ 7 kg ਮੈਂ ਲੂਜ਼ ਹੋ ਗਿਆ ਸੀ। ਮਤਲਬ ਉਸ ਦੌਰਾਨ ਤੁਸੀਂ ਇੰਨਾ ਭਾਰ 7 kg ਮੇਰਾ ਘੱਟ ਹੋ ਗਿਆ ਸੀ। ਬੰਦਾ ਜੀ ਵੀ ਨਹੀਂ ਖਾਦਾ ਖਾਣ ਨੂੰ, ਖੰਘ ਇੰਨੀ ਆਉਂਦੀ ਤਾਂ ਕੋਈ ਸਾਹ ਵੀ ਨਹੀਂ ਲੈ ਹੁੰਦਾ ਜੀ। ਪਰ ਕੋਈ ਖਾਸ ਚੀਜ਼ਾਂ ਸੀਗੀਆਂ ਜਿੱਦਾਂ ਕੋਈ ਫੈਮਿਲੀ ਨੇ ਤੁਹਾਨੂੰ ਜਿੱਦਾਂ ਕਹਿੰਦੇ ਸੀ ਆਪਾਂ ਸੁਣਿਆ ਦੇਸੀ ਚੀਜ਼ਾਂ? ਪਹਿਲਾਂ ਮੇਰੀ ਰੂਟੀਨ ਹੁੰਦੀ ਸੀ ਕਿ ਮੈਂ ਵਿਟਾਮਿਨ ਟੈਬਲੇਟਸ, ਮਲਟੀਵਿਟਾਮਿਨ ਟੈਬਲੇਟਸ ਖਾਣੀ, ਵਿਟਾਮਿਨ ਡੀ ਮੈਂ ਖਾਣਾ। ਉਹ ਵੈਸੇ ਹੀ ਖਾਂਦੇ ਸੀ ਤੁਸੀਂ? ਹਾਂਜੀ, ਐਜ਼ ਰੂਟੀਨ। ਫੋਰ 1-2 ਸਾਲ ਵਾਸਤੇ ਜ਼ਿਆਦਾ ਹੀ ਹੋਣੇ ਮੇਰੇ ਖਿਆਲ। ਤੁਸੀਂ ਵੈਸੇ ਖਾ ਰਹੇ ਸੀ? cod liver oil tablets, vitamin D tablets, and ਦੂਜੇ supplements। but ਜਿਹੜੀ COVID-19 ਆ, ਉਹ ਤੁਹਾਡੀ ਜਿਹੜਾ ਇਮਿਊਨ ਸਿਸਟਮ ਆ ਉਹਨੂੰ ਟੈਕਲ ਕਰਦੀ ਆ, ਉਹਨੂੰ ਸਪਰੈਸ ਕਰ ਦਿੰਦੀ ਹੈ। ਸੋ ਜਿਹੜੇ ਸਾਡੀ ਏਸ਼ੀਅਨ ਡਾਈਟ ਆ, ਜਿੰਨਾ ਲਸਣ, ਅਦਰਕ ਐਂਡ ਦੀ ਚੀਜ਼ਾਂ ਖਾਣ ਨੂੰ, ਸ਼ਹਿਦ, ਹਲਦੀ ਹੋ ਗਈ, ਬਹੁਤ ਚੀਜ਼ਾਂ ਸਾਰੀਆਂ। ਸੋ ਮੇਰੀ ਵਾਈਫ ਨੇ ਸਵੇਰ ਨੂੰ ਮੈਂ ਉੱਠ ਕੇ ਪਹਿਲਾਂ ਹਨੀ, ਲੈਮਨ ਨਾਲ ਅਦਰਕ ਦਾ ਪਾਣੀ ਪੀਣਾ, ਸਾਰੇ ਦਿਨ ਉਹ ਮੈਂ ਪੀ ਜਾਣਾ ਹੌਲੀ ਹੌਲੀ। ਠੰਡਾ ਪੀਂਦੇ ਸੀ ਗਰਮ ਪਾਣੀ? ਨਹੀਂ, ਗਰਮ ਪਾਣੀ ਪੀਣਾ। ਅੱਛਾ, ਸਾਰਾ ਦਿਨ? ਨਾਲੇ ਫੇਰ ਕਦੀ ਕਹਿੰਦੇ ਸੁੰਨ ਦੀ ਤਰੀ ਖਾ ਲੈਣੀ, ਗਾਰਲਿਕ ਬੇਸਡ ਤਰੀ ਖਾ ਲੈਣੀ, ਜੋ ਮੈਨੂੰ ਹਜਮ ਹੁੰਦਾ ਸੀ ਉਹ ਮੈਂ ਖਾ ਲੈਣਾ। ਮਤਲਬ ਉਹ ਚੀਜ਼ਾਂ ਪਚਦੀਆਂ ਸੀਗੀਆਂ ਤੁਹਾਨੂੰ? ਮਤਲਬ ਉਹਦੇ ਨਾਲ ਤੁਸੀਂ ਖਾ ਹੋ ਜਾਂਦਾ ਸੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਡਾਈਟ ਵੀ ਬਿਲਕੁਲ ਬੰਦ, ਖਾ ਵੀ ਨਹੀਂ ਹੁੰਦਾ ਸੀ? ਰੋਟੀ ਤਾਂ ਖਾ ਨਹੀਂ ਸਕਦਾ ਸੀ। ਅੱਛਾ, ਮਤਲਬ ਸਿਰਫ ਇਹ ਚੀਜ਼ਾਂ ਖਾ ਕੇ ਨਾਲੇ ਥੋੜੀ ਕੀ ਸਪਲੀਮੈਂਟਸ ਉੱਪਰ ਖਾਣੇ, ਐਂਡ ਜੋ ਜਿੰਨਾ ਮੇਰੇ ਕੋ ਖਾ ਹੁੰਦਾ ਸੀ ਉਹਨਾਂ ਮੈਂ ਖਾਣਾ। ਬਟ ਦੂਜੀ ਗੱਲ ਸੀ, ਉਦੋਂ ਮੈਂ ਸਵੇਰੇ ਉੱਠ ਕੇ ਮਸੀ ਸ਼ਾਵਰ ਲੈਣਾ, ਸਾਹ ਨਹੀਂ ਆਉਣਾ, ਐਂਡ ਫਿਰ ਮਤਲਬ ਬਾਡੀ ਵਿੱਚ એનર્ਜੀ ਨਹੀਂ ਸੀ ਤੁਹਾਡੇ, ਤਾਕਤ ਜਿੱਦਾਂ ਇਸ ਵਾਇਰਸ ਨਾਲ ਤੁਹਾਡੀ ਸਾਰੀ ਚਲ ਗਈ ਸੀਗੀ। ਤੇ ਟੈਂਪਰੇਚਰ ਫਿਰ ਵੀ ਤੁਹਾਡਾ ਇੱਦਾਂ ਹੀ ਚੱਲ ਰਿਹਾ ਸੀਗਾ? ਉੱਪਰ ਥੱਲੇ ਫਿਰ ਟੈਂਪਰੇਚਰ ਸੀ ਮੋਨੀਟਰ ਕਰਦੇ ਰਹੇ, ਮੇਰੀ ਵਾਈਫ ਕਰਦੀ ਰਹੀ ਮੋਨੀਟਰ ਟੈਂਪਰੇਚਰ। ਫਿਰ ਉਹਦਾ ਤੁਹਾਡਾ ਟੈਂਪਰੇਚਰ ਇੰਨਾ ਉੱਚਾ ਜਾਂਦਾ ਤੁਹਾਨੂੰ ਪੈਰੇ ਸੁਪਨੇ ਵੀ ਆ ਜਾਂਦੇ ਆ। ਇਸ ਕੋਲ ਹੈਲੂਸੀਨੇਸ਼ਨ ਹੈ ਨਾ, ਹੈਲੂਸੀਨੇਟਿੰਗ। ਹਾਂ, ਬਟ ਤੁਹਾਡਾ ਜਿੱਦਾਂ ਬਲੱਡ ਪ੍ਰੈਸ਼ਰ ਜਾਂ ਕਹ ਲਓ ਬਾਡੀ ਆਕਸੀਜਨ ਲੈਵਲ ਤੁਹਾਡਾ ਉਹ ਕਿੱਦਾਂ ਸੀਗਾ ਸਾਰਾ ਇਹਦੇ ਨਾਲ? ਸਾਨੂੰ ਪਹਿਲਾਂ ਪਤਾ ਨਹੀਂ ਸੀ ਇਸ ਗੱਲ ਦਾ ਕਿ ਬਲੱਡ ਪ੍ਰੈਸ਼ਰ ਉੱਪਰ ਫਰਕ ਪੈਂਦਾ, ਕਿ ਆਕਸੀਜਨ ਲੈਵਲ ਤੁਹਾਡੇ ਖੂਨ ਚ ਉਹਦਾ ਅਲਟੀਮੇਟ ਆ ਗਈ ਮੈਨੂੰ ਸਾਹ ਨਾ ਆਵੇ। ਹਾਂਜੀ। ਐਂਡ ਮੈਂ ਇੰਨਾ ਮੁਸ਼ਕਿਲ, ਮੈਨੂੰ ਬਰੀਥਿੰਗ ਇੰਨੀ ਔਖੀ ਆਵੇ, ਇਹਦਾ ਬਰੀਥਿੰਗ ਹੁੰਦੀ ਸੀ ਜਿੰਦਾ ਤੁਸੀਂ ਸਟ੍ਰੋ ਪਾਈਪ ਨਹੀਂ ਹੁੰਦਾ ਉਹਦੇ ਵਿੱਚ ਤੁਸੀਂ ਸਾਹ ਖਿੱਚ ਕੇ ਲੈਂਦੇ ਆ, ਇੰਨੀ ਡਿਫਿਕਲਟ ਬਰੀਥਿੰਗ, ਇੰਨਾ ਟਾਈਟ ਸੀ। ਐਂਡ ਔਨ ਟੌਪ ਤੁਸੀਂ ਖੰਗੀ ਜਾਂਦੇ ਆ, ਨਾਲੇ ਤੁਹਾਡੀ ਬੋਡੀ ਇੰਨੀ ਦੁਖਦੀ ਆ। ਐਂਡ ਫਿਰ ਉਹਨਾਂ ਨੇ ਐਂਬੂਲੈਂਸ ਬੁਲਾਈ, ਐਂਬੂਲੈਂਸ ਵਾਲੇ ਉਹਨਾਂ ਨੇ ਘੰਟਾ ਲਾਤਾ ਆਉਣ ਨੂੰ। ਮਤਲਬ ਪਹਿਲਾਂ ਹੀ, ਮਤਲਬ ਜਦੋਂ ਆਏ ਉਹਨਾਂ ਨੂੰ ਟਾਈਮ ਲੱਗਿਆ ਆਉਣ ਵਾਸਤੇ? ਨਾਲੇ ਉਹਨਾਂ ਨੇ ਮੇਰੀ ਬਲੱਡ ਪ੍ਰੈਸ਼ਰ ਚੈੱਕ ਕੀਤੀ, ਮੇਰਾ ਬਲੱਡ ਪ੍ਰੈਸ਼ਰ ਇੰਨਾ ਲੋ ਹੋ ਗਿਆ ਸੀ 80/60। ਓ ਮਾਈ ਗॉड। ਐਂਡ ਸਾਨੂੰ ਪਹਿਲਾਂ ਕਿਸੇ ਨੇ ਇਨਸਟਰਕਟ ਵੀ ਨਹੀਂ ਕੀਤਾ ਸੀ ਤੁਹਾਨੂੰ ਆਹ ਫਰਕ ਪੈਣ ਲੱਗਾ, ਆਹ ਨਹੀਂ ਫਰਕ ਪੈਣ ਲੱਗਾ। ਬਿਕਾਜ਼ ਮੇਰਾ ਖਿਆਲ ਜਦੋਂ COVID-19 ਹੋਏ ਹੈਗੇ ਸਿੰਪਟਮ ਕਹ ਲਓ, ਜਦੋਂ ਪਹਿਲਾਂ ਸਾਰਿਆਂ ਨੂੰ ਸ਼ੁਰੂ ਵੀ ਹੋਇਆ, ਆਈ ਥਿੰਕ ਆਮ ਜਿਹੜੇ ਜ਼ਿਆਦਾਤਰ ਲੋਕ ਸੀ, ਸਾਨੂੰ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਇਹਦੇ ਸਿੰਪਟਮਸ ਕੀ ਹੋ ਰਿਹਾ। ਈਵਨ ਸਾਡੇ NHS ਜਿਹੜੇ ਉਹਨਾਂ ਨੇ ਵੀ ਕਾਫੀ ਹੈਲਪ ਕਰ ਰਹੇ ਸੀ ਲੋਕਾਂ ਨੂੰ, ਲੇਕਿਨ ਕਿਸੇ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਸੀ ਸਿੰਪਟਮਸ ਕਿੱਦਾਂ ਦੇ। ਮੇਰਾ ਖਿਆਲ ਐਵਰੀ ਇੰਡੀਵਿਜੂਅਲ ਪਰਸਨ ਨੂੰ ਆਪਣੇ ਡਿਫਰੈਂਟ ਸਿੰਪਟਮਸ ਆਏ ਆ। ਬਿਕਾਜ਼ ਕਈ ਮੈਂ ਇੱਦਾਂ ਵੀ ਸੁਣਿਆ ਹੈਗਾ ਆ, ਕਿਸੇ ਦਾ ਖਾਣ ਪੀਣ ਦਾ ਟੇਸਟ ਚਲ ਗਿਆ ਸੀ, ਸਵਾਦ ਨਹੀਂ ਆਉਂਦਾ ਚੀਜ਼ਾਂ ਦਾ, ਕਿਸੇ ਦਾ ਸਿਰਫ ਨੱਕ ਹੀ ਬੱਗੀ ਜਾ ਰਿਹਾ ਸੀਗਾ, ਕੁਛ ਹੋਰ ਨਹੀਂ ਹੋ ਰਿਹਾ ਸੀ। ਮਤਲਬ ਕਾਫੀ ਅਲੱਗ ਸਿੰਪਟਮਸ ਰਹੇ, ਪਰ ਜੋ ਤੁਹਾਡੇ ਨਾਲ ਹੋਇਆ ਆਈ ਥਿੰਕ ਬਹੁਤ ਜ਼ਿਆਦਾ ਰਿਹਾ। ਮਾਈਲਡ ਸਿੰਪਟਮਸ ਹੁੰਦੇ ਕਿ ਤੁਸੀਂ ਸਵੇਅਰ ਵੀ ਹੋ ਸਕਦੇ, ਕੋਈ ਬੰਦੇ ਨੂੰ ਹੋ ਸਕਦੀ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਹੋਈ ਕਿ ਨਹੀਂ। ਸੋ ਮੈਂ ਹਸਪੀਟਲ ਜਦੋਂ ਫਿਰ ਤੁਸੀਂ ਐਂਬੂਲੈਂਸ ਬੁਲਾਈ ਹੈਗੀ ਆ, ਫਿਰ ਤੁਹਾਨੂੰ ਹਸਪੀਟਲ ਜਾਣਾ ਪਿਆ ਜਾਂ ਤੁਹਾਨੂੰ ਘਰ ਹੀ ਦੇਖ ਕੇ ਛੱਡ ਗਏ ਵੀ? ਨਹੀਂ, ਫਿਰ ਉਹਨਾਂ ਨੇ ਬਲੱਡ ਪ੍ਰੈਸ਼ਰ ਚੈੱਕ ਕੀਤੀ। ਫਿਰ ਦੂਜੀ ਗੱਲ ਉਹਨਾਂ ਨੇ ਚੈੱਕ ਕੀਤੀ ਸੀ ਜਿਹੜੀ ਤੁਹਾਡਾ ਆਕਸੀਜਨ ਲੈਵਲ ਖੂਨ ਚ ਜਿਹੜਾ ਹੁੰਦਾ ਆ, ਉਹ ਵੀ ਸਾਨੂੰ ਕਿਸੇ ਨੇ ਦੱਸਿਆ ਕਿ ਉਹ ਵੀ ਲੋ ਹੋ ਗਿਆ। ਕਹਿੰਦੀ ਤੁਹਾਨੂੰ ਜਾਣਾ ਪੈਣਾ, ਹਸਪੀਟਲ ਜਾਣਾ ਪੈਣਾ। ਜਦੋਂ ਫਿਰ ਤੁਹਾਨੂੰ ਪਤਾ ਲੱਗਿਆ ਵੀ ਤੁਹਾਨੂੰ ਹਸਪੀਟਲ ਜਾਣਾ ਪੈਣਾ, ਬਿਕਾਜ਼ ਆਮ ਆਪਾਂ ਹੁਣ ਸੋਚਦੇ ਦੇਖਦੇ ਆ ਵੀ ਹਸਪੀਟਲ ਦੇ ਨਾਮ ਤੋਂ ਅਸੀਂ ਡਰਦੇ ਆ ਵੀ ਅਸੀਂ ਜਾਵਾਂਗੇ ਵੈਂਟੀਲੇਟਰ ਤੇ ਲੱਗਾਂਗੇ, ਪਤਾ ਨਹੀਂ ਕੀ ਹੋਣਾ। ਜਦੋਂ ਉਹਨਾਂ ਨੇ ਤੁਹਾਨੂੰ ਇਹ ਚੀਜ਼ ਕਹੀ ਆ ਜਾਂ ਤੁਹਾਡੀ ਫੈਮਿਲੀ ਦੇ ਸਾਹਮਣੇ
ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀ ਵੀ ਤੁਹਾਨੂੰ ਹੁਣ ਹਸਪੀਟਲ ਲੈ ਕੇ ਜਾਣਾ ਪੈਣਾ ਆ? Obviously ਜਿਹੜਾ ਹਰ ਇੱਕ ਬੰਦੇ ਦੀ ਜਿਹਨਾਂ ਸੋਚ ਹੁੰਦੀ ਤੇ ਹਸਪੀਟਲ ਜਾਣਾ ਇੱਕ ਉਹ ਵੀ ਵੱਡੀ ਚੀਜ਼ ਆ, ਬਟ ਆ ਜਿਹੜਾ ਉਹਨੇ ਇਨਵਾਇਰਨਮੈਂਟ ਚੱਲਦੀ ਸੀ ਕਰੋਨਾ ਵਾਇਰਸ ਨਾਲ ਬੰਦੇ ਦੇ ਡਰ ਹੋਰ ਪੈ ਜਾਂਦਾ ਆ ਵੀ ਲੈ ਕੇ ਜਾ ਰਹੇ ਆ ਪਤਾ ਨਹੀਂ ਕੀ ਹੋਣਾ ਆ, ਅਸੀਂ ਇੱਕ ਦੂਜੇ ਨੂੰ ਦੇਖਣਾ ਕਿ ਨਹੀਂ ਦੇਖਣਾ, ਬਿਕਾਜ਼ ਉਹਦੇ ਤੁਸੀਂ ਐਂਬੂਲੈਂਸ ਜਾਂ ਤੁਸੀਂ ਇਕੱਲੇ ਜਾਣਾ ਪੈਂਦਾ ਸੀ, ਬਿਲਕੁਲ ਸੋ ਕੋਈ ਨਾਲ ਵੀ ਨਹੀਂ ਜਾ ਸਕਦਾ ਸੀ। ਜੀ ਸੋ ਉਹਦਾ ਐਂਬੂਲੈਂਸ ਮੈਂ ਇੱਕ ਵਾਰੀ ਪਿੱਛੇ ਤਾਂ ਦੇਖਿਆ ਸੀ ਕਾਰ, ਯੈਸ ਫੈਮਿਲੀ ਨੂੰ, ਹਾਂਜੀ। ਐਨੀਵੇ ਮੈਂ ਉਹਦਾ ਹਸਪੀਟਲ ਪਹੁੰਚ ਗਿਆ, ਉਹਨਾਂ ਨੇ ਮੈਨੂੰ ਸਿੱਧਾ ਆਬਜ਼ਰਵੇਸ਼ਨਸ ਮੇਰੇ ਕੀਤੇ ਉੱਤੇ, ਮਤਲਬ ਬਲੱਡ ਪ੍ਰੈਸ਼ਰ ਅਗੇਨ, ਆਕਸੀਜਨ ਲੈਵਲ ਅਗੇਨ, ਐਂਡ ਫੇਰ ਵੀ ਮੈਂ ਟੈਂਪਰੇਚਰ ਚੈੱਕ ਕੀਤਾ, ਮੈਂ ਟੈਂਪਰੇਚਰ ਫੇਰ ਵੀ ਨਹੀਂ ਥੱਲੇ ਆਉਂਦਾ ਸੀ, ਮਤਲਬ ਟੈਂਪਰੇਚਰ ਤੁਹਾਡਾ ਨਾਨ ਸਟਾਪ ਮਤਲਬ 39.8 38.8 ਏਦਾਂ ਹੀ ਰਿਹਾ, ਐਂਡ ਦੈਨ ਉਹਨਾਂ ਨੇ ਮੈਨੂੰ ਬਰੀਥਿੰਗ 에ਅਰ ਤੇ ਲਾਤਾ ਕਿ ਸੌਰੀ ਸੌਖਾ ਹੋ ਜਾਊਗਾ, ਯੈਸ। ਉੱਥੇ ਮੈਂ ਰਿਹਾ ਕਪਲ ਆਫ ਆਵਰਸ, ਫੇਰ ਕਿੱਦਾਂ ਤੁਸੀਂ ਮਤਲਬ ਉੱਥੇ ਜਦੋਂ ਤੁਸੀਂ ਉਸ ਸਟੇਜ ਤੇ ਪਹੁੰਚੇ, ਕਰਕੇ ਆਬਵੀਅਸਲੀ ਸਾਨੂੰ ਹਸਪੀਟਲ ਦੇ ਨਾਮ ਤੋਂ ਡਰ ਲੱਗਦਾ ਆ, ਪਰ ਜਿਹੜੀ ਸਿਚੁਏਸ਼ਨ ਕਰੋਨਾ ਵਾਇਰਸ ਦੀ ਕਰਕੇ ਤੁਸੀਂ ਹਸਪੀਟਲ ਦੇ ਵਿੱਚ ਜਾਣਾ, ਉਸ ਜਗ੍ਹਾ ਤੇ ਜਾਣਾ ਜਿੱਥੇ ਆਪਾਂ ਹੁਣ ਡਰਦੇ ਆ ਸਾਰੇ ਜਾਣੇ ਵੀ ਚਲੋ ਕਰੋਨਾ ਵਾਇਰਸ ਹੋਈ ਇੱਕ ਵੱਖਰੀ ਗੱਲ ਆ, ਵੀ ਸਾਨੂੰ ਹਸਪੀਟਲ ਤੱਕ ਨਾ ਜਾਣਾ ਪਵੇ। ਜਦੋਂ ਤੁਸੀਂ ਹਸਪੀਟਲ 'ਚ ਪਹੁੰਚੇ ਆ, ਤੁਹਾਡਾ ਸਾਰਾ ਕੁਝ ਹੋਇਆ, ਆਬਵੀਅਸਲੀ ਤੁਸੀਂ ਉੱਥੇ ਰਾਤ ਵੀ ਰਹੇ ਹੈਗੇ ਆ, ਕੀ ਦਿਮਾਗ ਵਿੱਚ ਤੁਹਾਡੇ ਗੱਲਾਂ ਚੱਲਦੀਆਂ ਸੀ, ਕਿੱਦਾਂ ਤੁਸੀਂ ਫੀਲ ਕਰਦੇ ਸੀ ਉਸ ਵੇਲੇ? ਜੋਤੀ ਜੀ ਗੱਲਾਂ ਆਹੀ ਚੱਲਦੀਆਂ ਕਿ ਅਸੀਂ ਕੱਲ ਉੱਠਣਾ, ਅਸੀਂ ਨਹੀਂ ਉੱਠਣਾ, ਐਂਡ ਆਲਸੋ ਤੁਸੀਂ ਰੱਬ ਮੋੜੇ ਹੱਥ ਜੋੜ ਕੇ, ਤੇ ਮੈਂ ਉੱਥੇ ਸੋਚਿਆ ਸੀ, ਮੈਂ ਕਿਹਾ ਰੱਬ ਮੈਨੂੰ ਦੇਖ ਲਓ, ਮੈਨੂੰ ਲੈ ਕੇ ਜਾਣਾ ਹੈਗਾ ਠੀਕ ਹੈ, ਨਹੀਂ ਲੈ ਕੇ ਜਾਣਾ ਨਾ ਸੀ, ਬਟ ਇੰਦਾ ਵੀ ਨਹੀਂ ਮੈਂ ਰੱਬ ਮੋੜੇ ਹੱਥ ਜੋ ਕੇ ਮੰਗੇ ਮੈਨੂੰ ਬਚਾ ਲਓ, ਮੌਤ ਤਾਂ ਲਿਖੀ ਆ, ਪਰ ਪਤਾ ਨਹੀਂ ਜੋ ਹੋਣਾ ਉਹ ਤਾਂ ਹੋਣਾ ਹੀ, ਜਿੱਥੇ ਵੀ ਬਿਲਕੁਲ। ਬਟ ਉਹ ਕਹਿੰਦੀ ਤੁਹਾਡਾ ਆਕਸੀਜਨ ਲੈਵਲ ਨਾ ਉੱਪਰ ਗਿਆ ਤੇ ਫਿਰ ਤੁਹਾਨੂੰ ਵੈਂਟੀਲੇਟਰ ਤੇ ਜਾਣਾ ਪੈਣਾ, ਰਾਈਟ। ਸੋ ਹਿੰਮਤ ਕਰਕੇ ਫਿਰ ਮੈਂ ਉੱਠ ਕੇ ਬੈੱਡ ਤੋਂ ਵਿਦ ਦੀ ਏਡ ਆਫ ਦ ਨਰਸ ਉੱਪਰ ਥੱਲੇ ਮੈਂ ਮਤਲਬ ਤੁਹਾਨੂੰ ਫਿਰ ਵੈਂਟੀਲੇਟਰ ਵਾਲੀ ਪੋਜੀਸ਼ਨ ਉੱਥੇ ਨਹੀਂ ਜਾਣਾ ਪਿਆ, ਮਤਲਬ ਤੁਹਾਨੂੰ ਬਿਕਾਜ਼ ਆਬਵੀਅਸਲੀ ਜਿੰਨਾ ਤੁਹਾਡਾ ਬਲੱਡ ਸਟਿਮੂਲੇਟ ਹੁੰਦਾ, ਤੁਹਾਡੀ ਆਕਸੀਜਨ ਲੈਵਲ ਜ਼ਿਆਦਾ ਵੱਧ ਜਾਂਦੀ ਬਲੱਡ 'ਚ, ਐਂਡ ਫਿਰ ਤੁਹਾਡੀ ਸਿਸਟਮ ਸੋਰਟ ਆਫ ਆਪਰੇਟ ਜ਼ਿਆਦਾ ਠੀਕ ਹੋ ਜਾਂਦਾ, ਬਟ ਸੌਖਾ ਆ ਕਹਿਣ ਨੂੰ ਇੱਥੇ ਬੈਠੇ, ਬਹੁਤ ਕਹਿ ਸਕਦੇ ਆ ਬਿਕਾਜ਼ ਤੁਸੀਂ ਉਸ ਸਟੇਜ ਵਿੱਚੋਂ ਬਾਹਰ ਨਿਕਲ ਚੁੱਕੇ ਆ, ਬਹੁਤ ਸੌਖਾ ਆ, ਬਟ ਫਿਰ ਵੀ ਉਦੋਂ ਮੈਂ ਮੁੜ ਕੇ ਘਰ ਆ ਗਿਆ, ਇੱਕ ਰਾਤ ਰਹਿ ਕੇ ਹਸਪੀਟਲ, ਸਿੰਪਟਮਸ ਹਾਲੇ ਵੀ ਸੀ ਉੱਥੇ, ਮੇਰਾ weight ਫਿਰ ਵੀ ਥੱਲੇ ਜਾਈ ਜਾਵੇ, ਬਟ ਆ ਜਿਹੜਾ ਸਾਡੀ ਜਿਹੜੀ ਏਸ਼ੀਅਨ ਡਾਇਟ ਹੈ ਇਹਨੇ ਮੈਨੂੰ ਬਹੁਤ ਹੈਲਪ ਕੀਤੀ ਆ, ਐਂਡ ਜਿਹੜੇ ਵਿਟਾਮਿਨ ਡੀਜ਼ ਐਂਡ ਦਿਸ ਇਮਿਊਨ ਸਿਸਟਮ ਤੁਹਾਡਾ ਬੂਸਟ ਕਰਦਾ ਹੈ, ਉਹ ਖਾਣਾ ਪੀਣੇ ਨੇ ਬਹੁਤ ਹੈਲਪ ਕੀਤੀ, ਬਟ ਆਪਣੇ ਆਪ ਨੂੰ ਤੁਹਾਨੂੰ ਹਿੰਮਤ ਰੱਖਣੀ ਪੈਂਦੀ ਹੈ। ਤੁਸੀਂ ਜਦੋਂ ਅਸੀਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀ, ਤੁਸੀਂ ਕਿਹਾ ਤੁਸੀਂ ਚਵਨਪ੍ਰਾਸ਼ ਵੀ ਬਹੁਤ ਖਾਦਾ ਹੈਗਾ ਆ, ਹਾਂਜੀ, ਉਹਨੇ ਇਹਨਾਂ ਚੀਜ਼ਾਂ ਨੇ ਹਲਦੀ, ਚਵਨਪ੍ਰਾਸ਼, ਅਦਰਕ, ਲਸਣ, ਨਿੰਬੂ ਦਾ ਪਾਣੀ, ਇਹਨਾਂ ਚੀਜ਼ਾਂ ਨੇ ਤੁਹਾਨੂੰ ਬਹੁਤ ਹੈਲਪ ਕੀਤੀ ਆ, ਜਿਹੜੀ ਚੀਜ਼ਾਂ ਦੀ ਇਮਿਊਨ ਬੂਸਟ ਕਰਦੀ ਆ, ਉਹ ਚੀਜ਼ਾਂ ਖਾਣੀਆਂ ਚਾਹੀਦੀਆਂ, ਉਹ ਬਹੁਤ ਫਰਕ ਪੈਂਦਾ ਹੈ। ਤੇ ਕਿੰਨਾ ਟਾਈਮ ਲੱਗਿਆ ਸੀ ਤੁਹਾਨੂੰ, ਮਤਲਬ ਫੁੱਲੀ ਰਿਕਵਰ ਤਾਂ ਮੈਂ ਨਹੀਂ ਕਹਿ ਸਕਦੀ, ਮਤਲਬ ਕਿੰਨਾ ਟਾਈਮ ਲੱਗਿਆ ਸੀ ਵੀ ਤੁਸੀਂ ਥੋੜੇ ਜਿਹਾ ਰਿਲੈਕਸ ਹੋ ਗਏ ਸੀ ਵੀ ਯੈਸ ਹੁਣ ਹੌਲੀ ਹੌਲੀ ਤੁਹਾਡਾ ਟੈਂਪਰੇਚਰ ਘਟ ਰਿਹਾ ਆ, ਤੁਹਾਡੀ ਖੰਘ ਵਗੈਰਾ? 6 to 7 weeks 6 to 7 weeks ਲੱਗੇ, 6 ਕੇ 7, ਜਦ ਕਿ ਆਮ ਕਹਿੰਦੇ ਹੈਗੇ ਕਿ 2 ਹਫ਼ਤੇ, ਪਰ ਲੇਕਿਨ ਰਿਚੀਵ ਨੂੰ ਲੱਗੇ 6 ਤੋਂ 7 ਹਫ਼ਤੇ। ਇਹ ਤੋਂ ਆਪਾਂ ਗੈਸ ਕਰ ਸਕਦੇ ਕਿ ਤੁਹਾਡਾ ਕਾਫੀ ਸਵੇਅਰ ਸੀਗਾ, ਜਿਹੜਾ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਡੇਂਜਰਸ ਕਹਿ ਲਓ, ਜਿੱਦਾਂ ਵੀ ਸੀ, ਤੁਹਾਨੂੰ ਸਾਰੇ ਦੇ ਸਾਰੇ ਸਿੰਪਟਮਸ ਵੀ ਹੋਏ, ਟੈਂਪਰੇਚਰ ਵੀ ਹੋਇਆ, ਲੇਕਿਨ ਜਿੱਦਾਂ ਇਹ ਬਾਰ-ਬਾਰ ਇਹ ਵੀ ਕਹਿ ਰਹੇ ਆ ਕਿ ਘਰ ਦੇ ਖਾਣੇ ਨੇ ਬਚਾਇਆ, ਘਰ ਦੀ ਡਾਈਟ ਨੇ ਇਹਨਾਂ ਨੂੰ ਬਚਾਇਆ, ਘਰ ਦੀਆਂ ਚੀਜ਼ਾਂ ਨੇ। ਅਸੀਂ ਏਸ਼ੀਅਨ ਲੋਕ ਆ, ਸਾਨੂੰ ਹਲਦੀ ਵਗੈਰਾ ਚੀਜ਼ਾਂ ਅਸੀਂ ਯੂਜ਼ ਟੂ ਹੈਗੇ ਆ, ਸਾਨੂੰ ਜ਼ਰੂਰ ਇਹਨਾਂ ਚੀਜ਼ਾਂ ਦਾ, ਈਵਨ ਦੋ ਮੈਂ ਵੀ ਕਹਿੰਦੀ ਆ ਕਿ ਜੇ ਸਾਨੂੰ ਕਰੋਨਾ ਵਾਇਰਸ ਨਹੀਂ ਵੀ ਹੈਗੀ, ਹਾਲੇ ਵੀ ਅਸੀਂ ਉਸ ਮਾਹੌਲ ਦੇ ਵਿੱਚ ਰਹਿ ਰਹੇ ਆ, ਉਹ ਹਵਾ ਸਾਨੂੰ ਹਾਲੇ ਵੀ ਬਾਹਰ ਆਉਂਦੇ ਜਾਂਦੇ ਅਸੀਂ ਉਹ ਹਵਾ ਵਿੱਚ ਅਸੀਂ ਸਾਹ ਲੈਂਦੇ ਆ। ਜ਼ਰੂਰੀ ਨਹੀਂ ਹੁੰਦਾ ਕਿਸੇ ਨਾਲ ਬੈਠ ਕੇ ਕਿਸੇ ਦੇ ਹੱਥ ਲਾਏ ਸਾਨੂੰ ਇਹ ਵਾਇਰਸ ਹੋ ਸਕਦਾ, ਇਹ ਵਾਇਰਸ ਅੰਦਰ ਬੈਠਿਆਂ ਨੂੰ ਹਵਾ ਵਿੱਚੋਂ ਵੀ ਆਈ ਥਿੰਕ ਆ ਸਕਦਾ, ਬਿਕਾਜ਼ ਹਾਲੇ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ, ਇੰਨਾ ਡੇਂਜਰਸ ਵਾਇਰਸ ਆ। ਸੋ ਮੇਕ ਸ਼ੋਰ, ਮੈਂ ਜ਼ਰੂਰ ਕਹਾਂਗੀ ਸਾਡੇ ਸਾਰੇ ਜਿੰਨੇ ਵੀ ਇਸ ਵੇਲੇ ਸੰਗਤ ਟੀਵੀ ਦੇਖਣ ਵਾਲੇ ਆ, ਖਾਣ ਪੀਣ ਦਾ ਆਪਣਾ ਪੂਰਾ ਖਿਆਲ ਰੱਖੋ, ਆਪਣੀ ਡਾਈਟ ਦਾ ਖਿਆਲ ਰੱਖੋ, ਹੋ ਸਕੇ ਤਾਂ ਆਪਣੇ ਘਰ ਦੀਆਂ ਚੀਜ਼ਾਂ ਖਾਓ, ਹਲਦੀ ਖਾਓ, ਅਦਰਕ, ਚਵਨਪ੍ਰਾਸ਼ ਵਰਗੀਆਂ ਚੀਜ਼ਾਂ ਹੈਗੀਆਂ, ਨਿੰਬੂ ਪਾਣੀ, ਗਰਮ ਚੀਜ਼ਾਂ ਜ਼ਿਆਦਾ, ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਕਰੋ। ਤੇ ਜਦੋਂ ਫਿਰ ਤੁਸੀਂ ਸਾਰਾ ਤੁਸੀਂ ਠੀਕ ਹੋ ਗਏ, ਮਤਲਬ ਹੁਣ ਤੁਸੀਂ ਆਪਣੇ ਆਪ 'ਚ ਹੁਣ ਕਿੱਦਾਂ ਫੀਲ ਕਰਦੇ ਆ? ਮੈਂ ਹੁਣ ਠੀਕ ਹੈ।
ਠੀਕ ਫੀਲ ਕਰਦੇ? ਕੋਈ ਇੱਦਾਂ ਤਾਂ ਨਹੀਂ ਤੁਹਾਨੂੰ ਲੱਗਦਾ ਵੀ ਮੇਰੇ ਅੰਦਰ ਹੁਣ ਕੋਈ ਵੀਕਨੈਸ ਆ ਜਾਂ ਕਿਸੇ ਗੱਲ ਦੀ ਕੋਈ ਮੈਨੂੰ ਥੋੜੀ ਜਿਹੀ ਹਲੇ ਕਮੀ ਮਹਿਸੂਸ ਹੁੰਦੀ ਆ? ਉਹ ਫੁੱਲੀ ਤੁਸੀਂ ਕਹਿ ਸਕਦੇ ਵੀ ਤੁਸੀਂ 100% ਠੀਕ ਹੋ ਹੁਣ? ਮੈਂ ਰਿਕਵਰਡ ਮੈਂ ਰਿਕਵਰਡ ਹੋ ਗਿਆ, ਬਟ ਆ ਜਿਹੜੀ ਵਾਇਰਸ ਹੈਗੀ ਬਹੁਤ ਇੰਟੈਂਸ ਹੈ। ਹਾਂ, ਐਂਡ ਮੈਂ ਸਾਰੇ ਜਣ ਨੂੰ ਕਹਿਣਾ ਚਾਹੁੰਦਾ ਆ ਆ ਮਜ਼ਾਕ ਨਹੀਂ ਹੈਗਾ। ਇਟਸ ਨਾਟ ਅ ਜੋਕ। ਜਿਹਦੇ ਨਾਲ ਹੁੰਦੀ ਆ ਉਹਨੂੰ ਹੀ ਪਤਾ ਹੈਗਾ ਆ। ਇਟਸ ਨਾਟ ਅ ਜੋਕ। ਦੈਟਸ ਵਾਈ ਅਸੀਂ ਚਾਹੁੰਦੇ ਸੀ ਕਿ ਤੁਸੀਂ ਅੱਜ ਸਾਡੇ ਨਾਲ ਆ ਕੇ ਗੱਲ ਕਰੋ, ਤਾਂ ਕਿ ਜਿੰਨੀ ਵੀ ਸਾਡੀ ਸੰਗਤ ਘਰ ਬੈਠੇ, ਜਿੰਨੇ ਵੀ ਲੋਕ ਨੇੜੇ ਦੂਰ ਬੈਠੇ ਇਸ ਚੈਨਲ ਨੂੰ ਦੇਖ ਰਹੇ ਆ, ਅਸੀਂ ਉਹਨਾਂ ਤੱਕ ਸਾਰਿਆਂ ਤੱਕ ਇਹ ਅਵੇਅਰਨੈਸ ਪਹੁੰਚਾ ਸਕੀਏ ਕਿ ਜਿੱਦਾਂ ਰਜੀਵ ਇਹ ਗੱਲ ਕਹਿ ਰਹੇ ਆ ਕਿ ਇਹ ਮਜ਼ਾਕ ਨਹੀਂ ਹੈਗਾ। ਕਈਆਂ ਵਾਸਤੇ ਮਜ਼ਾਕ ਆ, ਬਾਹਰ ਚਲ ਜਾਂਦੇ, ਹੱਲੇ ਵੀ ਘੁੰਮਦੇ ਫਿਰਦੇ ਆ। ਪਲੀਜ਼ ਇਸ ਗੱਲ ਨੂੰ ਸੀਰੀਅਸਲੀ ਲਓ, ਜਿਹਨੂੰ ਹੁੰਦਾ ਆ ਉਹਨੂੰ ਹੀ ਪਤਾ ਲੱਗਦਾ ਆ। ਤੇ ਜਦੋਂ ਅਸੀਂ ਗੱਲ ਕਰ ਰਹੇ ਸੀ, ਤੁਸੀਂ ਸਟੂਡੀਓ 'ਚ ਆਏ, ਤੁਸੀਂ ਕਿਹਾ ਸੀ ਤੁਹਾਡਾ ਇੱਕ ਟੈਸਟ ਹੋਇਆ ਸੀ ਇਮਿਊਨ ਸਿਸਟਮ ਬਾਰੇ। ਤੁਹਾਡਾ ਇਮਿਊਨ ਸਿਸਟਮ ਬਾਰੇ ਵੀ ਤੁਸੀਂ ਥੋੜੀ ਜਿਹੀ ਗੱਲ ਕਰੋ। ਉਦੋਂ ਮੈਂ ਫੁੱਲੀ ਰਿਕਵਰਡ ਹੋ ਗਿਆ। NHS ਦਾ ਫੋਨ ਆਇਆ ਮੈਨੂੰ, ਬਲੱਡ ਡੋਨੇਸ਼ਨ ਸੈਂਟਰ ਤੋਂ। ਅੱਛਾ, ਉਹਨਾਂ ਨੇ ਤੁਹਾਨੂੰ ਮੈਨੂੰ ਫੋਨ ਕੀਤਾ, ਕਹਿੰਦੇ ਤੁਸੀਂ ਆਪਣੀ ਪਲਾਜ਼ਮਾ ਸੈਲਸ ਨੂੰ ਡੋਨੇਟ ਕਰ ਸਕਦੇ ਆ। ਰਾਈਟ। ਮੈਂ ਕਿਹਾ ਯੈਸ ਆਫ ਕੋਰਸ, ਮੈਂ ਕਿਹਾ ਕਿਸੇ ਦੀ ਹੈਲਪ ਹੋ ਜੂਗੀ। ਜੀ, ਉਹਦੇ ਨਾਲ ਪਲਾਜ਼ਮਾ ਤੁਹਾਡਾ ਜਿਹੜਾ ਉਹਨਾਂ ਨੇ ਲਿਆ ਹੈਗਾ, ਜਿਹੜਾ ਤੁਹਾਡੇ ਕੋਲ ਮੰਗਿਆ ਗਿਆ ਡੋਨੇਸ਼ਨ ਵਾਸਤੇ, ਬਿਕੋਜ਼ ਇਹਨਾਂ ਦਾ ਇਮਿਊਨ ਸਿਸਟਮ ਬੜਾ ਗੁੱਡ ਸੀ। ਦੈਟਸ ਵਾਈ NHS ਨੇ ਰਜੀਵ ਨੂੰ ਸਪੈਸ਼ਲੀ ਫੋਨ ਕਰਕੇ ਕਿਹਾ ਕਿ ਉਹ ਇਹਨਾਂ ਦਾ ਪਲਾਜ਼ਮਾ ਲੈਣਾ ਚਾਹੁੰਦੇ ਆ। ਉਹਦੇ ਨਾਲ ਫਿਰ ਉਹ ਕੀ ਕਰਦੇ ਹੈਗੇ, ਅੱਗੇ ਕਿਸੇ ਨੂੰ ਹੈਲਪ ਕਰਦੇ ਆ ਜਾਂ ਕਿੱਦਾਂ? ਜਿਹੜਾ ਪਲਾਜ਼ਮਾ ਹੁੰਦਾ ਉਹ ਤੁਹਾਡੇ ਖੂਨ ਵਿੱਚੋਂ ਆਉਂਦਾ। ਹਾਂਜੀ। ਸੋ ਉਹਨਾਂ ਨੇ ਤੁਹਾਡਾ ਖੂਨ ਵਿਡਰੋ ਕਰਕੇ ਜੀ ਉਹਨੂੰ ਮਸ਼ੀਨ ਤੇ ਲਾ ਕੇ ਤੁਹਾਡਾ ਖੂਨ ਪਲਾਜ਼ਮਾ ਸੈਪਰੇਟ, ਬਲੱਡ ਸੈਪਰੇਟ, ਫਿਰ ਉਹ ਖੂਨ ਮੁੜ ਕੇ ਪਾ ਦੇਣਾ। ਐਂਡ ਮੈਨੂੰ ਉਹਨੇ ਦੁਬਾਰਾ ਮੈਂ ਗਿਆ ਪਲਾਜ਼ਮਾ ਦੇਣ ਨੂੰ, ਮੈਨੂੰ ਫੋਨ ਆਇਆ NHS ਤੋਂ, ਕਹਿੰਦੇ you've got the highest antibody count in the UK। Very nice, okay। ਕਿ ਆਪਣੀ ਏਸ਼ੀਅਨ ਡੋਨਰ ਤੇ ਹਾਂਜੀ ਮੇਰੇ ਕੋਲ ਹਾਈਐਸਟ ਐਂਟੀਬਾਡੀ ਕਾਊਂਟ ਸੀ ਇਨ ਦ ਯੂਨਾਈਟਿਡ ਕਿੰਗਡਮ। ਰਾਈਟ। ਐਂਡ ਜਿਹੜਾ ਆ ਪਲਾਜ਼ਮਾ ਹੁੰਦਾ, ਜਿਹੜੇ ਬੰਦੇ ਜ਼ਿਆਦਾ ਬਿਮਾਰ ਹੁੰਦੇ ਆ ਉਹਨਾਂ ਨੂੰ ਥੋੜੇ ਕਿ ਦੇ ਯੂਜ਼ ਇਟ ਇੰਜੈਕਟ ਕਰਦੇ, ਉਹਨਾਂ ਨੂੰ ਵਰਤਦੇ ਆ। ਸੋ ਯੈਸ, ਇਹ ਗੱਲ ਮੈਂ ਜ਼ਰੂਰ ਕਲੀਅਰ ਕਰਨੀ ਚਾਹੁੰਦੀ, ਜਿੱਦਾਂ ਕਿ ਰਜੀਵ ਨੇ ਕਿਹਾ ਕਿ ਉਹਨਾਂ ਨੇ ਆਪਣਾ ਪਲਾਜ਼ਮਾ ਡੋਨੇਟ ਕੀਤਾ। ਜਿਹੜੇ ਲੋਕ ਕਰੋਨਾ ਵਾਇਰਸ ਦੇ ਸ਼ਿਕਾਰ ਆ, ਵੈਂਟੀਲੇਟਰ ਤੇ ਲੱਗੇ ਆ, ਇਹਨਾਂ ਦਾ ਜਿਹੜਾ ਪਲਾਜ਼ਮਾ ਹੈਗਾ ਉਹਨਾਂ ਨੂੰ ਉਹਦੇ ਰਾਹੀਂ ਹੈਲਪ ਦਿੰਦੇ ਆ, ਇੰਜੈਕਸ਼ਨ ਰਾਹੀਂ ਦਿੰਦੇ ਆ, ਡ੍ਰਿਪ ਰਾਹੀਂ ਦਿੰਦੇ, ਡਿਪੈਂਡ ਔਨ ਜਿਹੜਾ ਵੀ ਕੋਈ ਹੈ ਉਹਦੀ ਹੈਲਥ ਕੰਡੀਸ਼ਨ ਤੇ ਉਹਨੂੰ ਕਿੰਨਾ ਕੁ ਵਾਇਰਸ ਹੋਇਆ ਆ। ਸੋ ਉਹਦੇ ਨਾਲ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਸਟਰੋਂਗ ਕਰਦੇ ਹੈਗੇ ਆ, ਬੂਸਟ ਹੋ ਜਾਂਦਾ ਆ, ਉਹਨਾਂ ਨੂੰ ਹੈਲਪ ਮਿਲਦੀ ਆ। ਬਹੁਤ ਹੀ ਇੱਕ ਵੱਡੀ ਗੱਲ ਆ ਵੀ ਤੁਹਾਨੂੰ ਇਹ ਸੇਵਾ ਕਰਨ ਦਾ ਵੀ ਆਈ ਥਿੰਕ ਮੌਕਾ ਮਿਲਿਆ। ਆਮ ਲੋਕ ਜਿਹੜੇ ਹੁੰਦੇ ਜਦੋਂ ਬਿਮਾਰ ਹੋ ਕੇ ਉੱਠਦੇ, ਮੇਰਾ ਖਿਆਲ ਉਹ ਕਹਿ ਦਿੰਦੇ ਮੈਂ ਨਹੀਂ ਹੁਣ ਕੁਝ ਕਰਨਾ, ਮੈਂ ਨਹੀਂ ਕਿਸੇ ਨੂੰ ਬਲੱਡ ਦੇਣਾ ਜਾਂ ਮੈਂ ਨਹੀਂ ਕਿਸੇ ਨੂੰ ਪਲਾਜ਼ਮਾ ਦੇਣਾ, ਮੈਂ ਆਪਣੇ ਆਪ ਨੂੰ ਪਹਿਲਾਂ ਠੀਕ ਕਰਨਾ, ਮੈਂ ਫਿਟ ਕਰਨਾ। ਜਦੋਂ ਤੁਹਾਨੂੰ ਇਹ ਕੋਲ ਆਈ ਸੀ ਵੀ ਤੁਸੀਂ ਪਲਾਜ਼ਮਾ ਦੇਣਾ ਹੈਗਾ ਆ, ਤੁਹਾਡੀ ਫੈਮਿਲੀ ਸਹਿਮਤ ਸੀ ਵੀ ਹਾਂ ਤੁਸੀਂ ਦੋ, ਜਾਂ ਉਹ ਚਾਹੁੰਦੇ ਸੀ ਵੀ ਤੁਸੀਂ ਹਲੇ ਆਪ ਪਹਿਲਾਂ ਚੰਗੀ ਤਰ੍ਹਾਂ ਠੀਕ ਹੋ ਜਾਓ, ਜਾਂ ਕਿੱਦਾਂ? ਥੋੜੇ ਪੈਨਿਕ ਸੀ? ਥੋੜੇ ਕੀ ਪਹਿਲਾਂ ਪੈਨਿਕ ਹੋ ਗਏ, ਬਿਕਾਜ਼ ਸਾਨੂੰ ਬਲੱਡ ਡੋਨੇਸ਼ਨ ਪਤਾ ਆ, ਸਾਨੂੰ ਪਲਾਜ਼ਮਾ ਡੋਨੇਸ਼ਨ ਨਹੀਂ ਪਤਾ, ਨਹੀਂ ਸੁਣਿਆ। ਐਂਡ ਦੂਜੀ ਗੱਲ ਹੈ ਕਿ ਸੀ ਕਿਹੜੇ ਇਨਵਾਇਰਨਮੈਂਟ ਉਹਨਾਂ ਨੇ ਕਰਨਾ, ਕਿ ਹੋਰ ਕੋਈ ਬੰਦੇ ਉਹ ਸੋਚਦੇ ਕਿ ਹਸਪੀਟਲ ਇਨਵਾਇਰਨਮੈਂਟ ਹੋਗਾ, ਬਟ ਜਿਹੜੀ ਨੈਸ਼ਨਲ ਹੈਲਥ ਸਰਵਿਸ ਸੀ ਬਲੱਡ ਡੋਨੇਸ਼ਨ ਉਹ ਸੈਪਰੇਟ ਬਿਲਡਿੰਗ ਹੁੰਦੀ ਆਲਟੂਗੇਦਰ। ਮਤਲਬ ਤੁਸੀਂ ਸੈਪਰੇਟ ਜਗ੍ਹਾ ਤੇ ਗਏ ਹੈਗੇ ਆ, ਬਿਲਕੁਲ ਤੁਸੀਂ ਇਕੱਲਿਆਂ ਨੂੰ ਰੱਖਿਆ ਕੋਈ? ਅੱਛਾ, ਤੁਸੀਂ ਉੱਥੇ ਜਾ ਕੇ ਜਿਹੜਾ ਪਲਾਜ਼ਮਾ ਡੋਨੇਟ ਕੀਤਾ। ਤੇ ਕਿੰਨੀ ਵਾਰ ਤੁਸੀਂ ਪਲਾਜ਼ਮਾ ਡੋਨੇਟ ਕਰ ਚੁੱਕੇ ਹੋ? ਮੈਂ 3 ਵਾਰੀ ਕਰ ਚੁੱਕਾ ਜੀ। 3 ਵਾਰੀ ਕਰ ਚੁੱਕੇ ਆ ਤੁਸੀਂ? ਤੇ ਉਹ ਕਹਿੰਦੇ ਵੀ ਤੁਸੀਂ ਠੀਕ ਹੋ, 3 ਵਾਰੀ ਕਰ ਦਿੱਤਾ, ਯੂ ਓਕੇ ਫॉर दैट? ਕਿੱਦਾਂ ਚੈੱਕ ਕਰਦੇ ਆ? ਜਿਹੜਾ ਪਲਾਜ਼ਮਾ ਹੁੰਦਾ ਆ 24 ਘੰਟੇ ਕੇ 48 ਆਵਰਸ ਵਿੱਚ ਫਿਰ ਦੁਬਾਰਾ ਗਰੋ ਹੋ ਜਾਂਦਾ। ਅੱਛਾ ਜੀ, ਤੁਸੀਂ ਐਵਰੀ 2 ਵੀਕਸ ਬਾਅਦ ਜਾ ਕੇ ਦੇ ਸਕਦੇ ਹੋ? ਐਵਰੀ 2 ਵੀਕਸ ਮੈਨੂੰ ਫੋਨ ਕਾਲ ਆ ਜਾਂਦੀ ਆ। ਮਤਲਬ ਉਹ ਤੁਹਾਨੂੰ ਫੋਨ ਕਰਦੇ ਜਾਂ ਤੁਸੀਂ ਆਪ ਵੀ ਕਿਹਾ ਹੋਇਆ ਉਹਨਾਂ ਨੂੰ ਵੀ? ਅੱਛਾ, ਉਹ ਮੈਨੂੰ ਫੋਨ ਕਰਦੇ ਆ। ਮਤਲਬ ਤੁਹਾਨੂੰ ਮਾਈਂਡ ਨਹੀਂ, ਤੁਸੀਂ ਜਾਣਦੇ ਹੋ? ਨਹੀਂ, ਮੈਨੂੰ ਕੋਈ ਮਾਈਂਡ ਨਹੀਂ। ਮੈਂ ਕਿਹਾ ਕਿਸੇ ਦੀ ਹੈਲਪ ਹੋ ਜਾਏਗੀ, ਉਹ ਵੱਡੀ ਗੱਲ ਹੈ। ਕਿਸੇ ਦੀ ਹੈਲਪ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ। ਕਈ ਵਾਰ ਏਦਾਂ ਹੁੰਦਾ, ਛੋਟਾ ਜਿਹਾ ਕਹਿੰਦੇ ਨੇ ਹੁੰਦੇ ਇੱਕ ਪਾਣੀ ਦਾ ਕਤਰਾ ਵੀ ਜੇ ਕਿਸੇ ਦੇ ਮੂੰਹ ਦੇ ਵਿੱਚ ਪਾ ਦਿਓ ਤਾਂ ਅਸੀਂ ਉਹਦੀ ਜਾਨ ਬਚਾ ਸਕਦੇ ਹਾਂ। ਆਹ ਤਾਂ ਬਹੁਤ ਵੱਡੀ ਚੀਜ਼ ਹੈ ਜਿਹੜੀ ਤੁਸੀਂ ਕਰ ਰਹੇ ਹੋ, ਜੋ ਤੁਸੀਂ ਕੀਤਾ। ਆਮ ਬੰਦੇ ਮੇਰਾ ਖਿਆਲ ਸਾਡੇ ਇਹ ਚੀਜ਼ ਨਹੀਂ ਕਰਦੇ ਹੈਗੇ, ਥੋੜਾ ਡਰ ਜਾਂਦੇ ਆ, ਸੋਚਣ ਲੱਗ ਜਾਂਦੇ ਆ ਕਿ ਨਹੀਂ ਮੈਂ ਹੁਣੇ ਤਾਂ ਆਪ ਠੀਕ ਹੋਇਆ ਆ, ਮੈਂ ਹਾਲੇ ਹੁਣੇ ਮੇਰੀ ਬਾਡੀ ਦੇ ਵਿੱਚ ਉਹਨਾਂ ਨੇ ਪਲਾਜ਼ਮਾ ਕੱਢ ਲੈਣਾ, ਜਾਂ ਮੈਨੂੰ ਹੁਣੇ ਵੀ ਇਹ ਚੀਜ਼ਾਂ ਦਾ ਬਹੁਤ ਆਪਾਂ ਸੋਚਣ ਲੱਗ ਜਾਂਦੇ ਆ। ਤੇ ਤੁਸੀਂ ਇਹ ਸਾਰੀ ਜਰਨੀ ਜਿਹੜੀ ਆਪਣੀ ਕੀਤੀ ਹੈਗੀ ਆ,
ਮੈਂ ਉਹਦੇ ਵਾਸਤੇ ਤੁਹਾਨੂੰ ਰੀਲੀ ਆ ਸਲੂਟ ਯੂ ਫॉर दैट, ਜਿੱਥੋਂ ਤੁਸੀਂ ਆਏ, ਜਿੱਥੋਂ ਤੁਸੀਂ ਨਿਕਲ ਕੇ ਬਾਹਰ ਆਏ, ਜੋ ਹੁਣ ਤੁਸੀਂ ਸਾਰਿਆਂ ਨੂੰ ਹੈਲਪ ਵੀ ਕਰ ਰਹੇ, ਆਪਣਾ ਪਲਾਜ਼ਮਾ ਡੋਨੇਟ ਕੀਤਾ ਆ। ਬਹੁਤ ਇੱਕ ਵੱਡੀ ਗੱਲ ਹੈਗੀ ਆ ਸਾਡੇ ਆਮ ਲੋਕਾਂ ਲਈ, ਖਾਸ ਕਰਕੇ ਏਸ਼ੀਅਨ ਲੋਕਾਂ ਦੇ ਲਈ। ਇਹ ਤਾਂ ਸੀ ਅੱਜ ਕਹਾਣੀ ਜ਼ਿੰਦਗੀ ਦੀ, ਜਿਹਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ ਰਾਜੀਵ ਦੇ ਬਾਰੇ। ਰਾਜੀਵ, ਕਹਾਣੀ ਜ਼ਿੰਦਗੀ ਦਾ ਆਪਾਂ ਆਖਰੀ ਮੋੜ ਤੇ ਆ ਚੁੱਕੇ ਹਾਂ। ਸਾਰਿਆਂ ਨੂੰ ਅਸੀਂ ਗੁੱਡ ਬਾਏ ਕਰਨ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਕੋਈ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਆ, ਸਾਡੇ ਸਾਰੇ ਦੇਖਣ ਵਾਲੇ ਕੀ ਕਹਿਣਾ ਚਾਹੁੰਦੇ ਹੋ? ਆਹੀ ਮੈਂ ਕਹਿਣਾ ਚਾਹੁੰਦਾ, ਮੈਂ ਜਿਹੜਾ ਪਹਿਲਾਂ ਕਹਿ ਚੁੱਕਾ, ਜਿਹੜੇ ਕੋਰੋਨਾ ਵਾਇਰਸ ਅਸਲੀ ਚੀਜ਼ ਆ, ਨਕਲੀ ਚੀਜ਼ ਨਹੀਂ ਹੈਗੀ ਆ। ਆਪਣੇ ਆਪ ਨੂੰ ਲੁੱਕ ਆਫਟਰ ਕਰੋ, ਹੈਲਥ ਰੱਖੋ, ਆਪਣਾ ਥੋੜੀ ਜਿਹੀ ਫਿਟਨੈਸ ਲੈਵਲ ਰੱਖੋ, ਈਵਨ ਗੋਇੰਗ ਫॉर ਸਮॉल ਵਾਕਸ, ਐਂਡ ਮੇਕ ਸ਼ੋਰ ਜਿਹੜੀ ਤੁਹਾਡੀ ਇਮਿਊਨ ਸਿਸਟਮ ਤੁਸੀਂ ਆਪੇ ਬੂਸਟ ਕਰੋ। ਐਂਡ ਆ ਕੋਰੋਨਾ ਵਾਇਰਸ ਦਾ ਪਤਾ ਨਹੀਂ ਵੈਕਸੀਨ ਕਦੋਂ ਲੱਭੂਗੇ ਕਦੋਂ ਨਹੀਂ, ਬਟ ਆਪਣੇ ਆਪ ਨੂੰ ਪਹਿਲਾਂ ਖਿਆਲ ਤੁਸੀਂ ਆਪਣਾ ਰੱਖੋ। ਜੀ ਬਿਲਕੁਲ, ਜਿੱਦਾਂ ਹੁਣੇ ਰਾਜੀਵ ਨੇ ਕਿਹਾ ਕਿ ਆਪਣਾ ਪਲੀਜ਼ ਖਿਆਲ ਰੱਖੋ ਸਾਰੇ ਜਾਣੇ, ਇਹ ਕੋਈ ਮਜ਼ਾਕ ਨਹੀਂ ਹੈਗਾ, ਇਹਨੂੰ ਸੀਰੀਅਸਲੀ ਲਓ, ਇਹਨੂੰ ਸੋਚੋ। ਆਪਣੇ ਪੇਰੈਂਟਸ ਨੂੰ ਵੀ ਹੈਲਪ ਕਰੋ। ਕਈ ਵਾਰੀ ਸਾਡੇ ਸਿਆਣੇ ਹੁੰਦੇ, ਬਜ਼ੁਰਗ ਹੁੰਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਸਾਰੇ ਰਲ ਕੇ ਇੱਕ ਦੂਸਰੇ ਨੂੰ ਸਮਝਾਓ ਤੇ ਇੱਕ ਦੂਸਰੇ ਦਾ ਇਸ ਚੀਜ਼ ਦੇ ਵਿੱਚ ਸਾਥ ਦਿਓ। ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਐਪੀਸੋਡ ਦੇ ਵਿੱਚੋਂ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ, ਜੋ ਰਾਜੀਵ ਨੇ ਆਪਣੀ ਆਪ ਬੀਤੀ ਸਾਡੇ ਨਾਲ ਕੇ ਸ਼ੇਅਰ ਕੀਤੀ। ਜੇਕਰ ਤੁਸੀਂ ਵੀ ਕੋਈ ਵੀ ਗੱਲਬਾਤ ਆ ਕੇ ਕਰਨਾ ਚਾਹੁੰਦੇ ਹੋ, ਕਹਾਣੀ ਜ਼ਿੰਦਗੀ ਦੇ ਵਿੱਚ ਆਪ ਬੀਤੀ ਆ ਕੇ ਦੱਸਣਾ ਚਾਹੁੰਦੇ ਹੋ, ਕੋਈ ਹੈਲਥ ਕੰਡੀਸ਼ਨਸ ਨੂੰ ਲੈ ਕੇ, ਕੋਈ ਵੀ ਘਰੇਲੂ ਮਸਲੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ, ਤੁਸੀਂ ਆ ਕੇ ਸਾਡੇ ਨਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤੇ ਫੋਨ ਕਰ ਸਕਦੇ ਹੋ। ਤੇ ਬਸ ਇਸੇ ਨੋਟ ਤੇ ਲੈਂਦੀ ਆ ਤੁਹਾਡੇ ਸਾਰੇ ਜਾਣਿਆਂ ਦੇ ਕੋਲੋਂ ਇਜਾਜ਼ਤ। ਰਾਜੀਵ, ਤੁਹਾਡਾ ਬਹੁਤ ਬਹੁਤ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਸੰਗਤ ਟੀਵੀ ਤੇ ਆਏ ਤੇ ਆ ਕੇ ਤੁਸੀਂ ਸਾਨੂੰ ਸਾਰਿਆਂ ਨੂੰ ਆਪਣੀ ਆਪ ਬੀਤੀ ਦੱਸੀ। ਆਪਣੀ ਆਪ ਬੀਤੀ ਦੱਸਣੀ ਬਹੁਤ ਇੱਕ ਵੱਡੀ ਗੱਲ ਹੁੰਦੀ ਆ। ਆਮ ਲੋਕ ਆ ਕੇ ਆਪਣੀ ਆਪ ਬੀਤੀ ਕਦੀ ਨਹੀਂ ਦੱਸਦੇ, ਖਾਸ ਕਰਕੇ ਸਾਡੇ ਏਸ਼ੀਅਨ ਲੋਕ ਸਾਰੀਆਂ ਗੱਲਾਂ ਨੂੰ ਲੁਕੋ ਕੇ ਰੱਖਦੇ ਆ, ਦੱਸਣਾ ਨਹੀਂ ਚਾਹੁੰਦੇ ਕਿਸੇ ਨੂੰ। ਪਰ ਮੇਰਾ ਖਿਆਲ ਆ ਸਾਨੂੰ ਆਪਣਾ ਦੁੱਖ ਵੰਡਣਾ ਚਾਹੀਦਾ। ਜੇ ਆਪਾਂ ਸੁੱਖ ਵੰਡਦੇ ਆ, ਦੁੱਖ ਵੀ ਵੰਡਣਾ ਚਾਹੀਦਾ। ਕਈ ਵਾਰੀ ਸਾਡੀਆਂ ਗੱਲਾਂ ਦੇ ਵਿੱਚੋਂ ਕਿਸੇ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲ ਜਾਂਦਾ। ਜਿਵੇਂ ਅੱਜ ਰਾਜੀਵ ਨੇ ਆਪਣੀ ਆਪ ਬੀਤੀ ਸੁਣਾਈ, ਕੀ ਉਹਨਾਂ ਦੇ ਨਾਲ ਹੋਇਆ, ਉਹਨਾਂ ਦੀ ਫੈਮਿਲੀ ਨਾਲ ਕੀ ਬੀਤੀ, ਉਹ ਕਿੱਥੋਂ ਕਿੱਥੇ ਅੱਜ ਪਹੁੰਚੇ ਹੈਗੇ, ਠੀਕ ਹੋ ਕੇ ਅੱਜ ਬੈਠੇ ਆ, ਆਪਣੇ ਕੰਮ ਕਰਦੇ ਮੁੜ ਕੇ ਬੈਕ ਟੂ ਨੋਰਮਲ ਆ। ਤੇ ਉਹਨਾਂ ਨੇ ਆਪਣੀ ਆਪ ਬੀਤੀ ਦੱਸੀ। ਉਹਦੇ ਉੱਪਰੋਂ ਮੈਨੂੰ ਜ਼ਰੂਰ ਉਮੀਦ ਆ ਕਿ ਤੁਹਾਨੂੰ ਵੀ ਸਾਰਿਆਂ ਨੂੰ ਸਿੱਖਣ ਨੂੰ ਕੁਝ ਮਿਲਿਆ ਹੋਵੇਗਾ। ਬਸ ਆਪਣਾ ਰੱਖੋ ਖਿਆਲ ਸਾਰੇ ਜਾਣੇ, ਇਸ ਚੀਜ਼ ਨੂੰ ਸੀਰੀਅਸਲੀ ਲਓ, ਮਜ਼ਾਕ ਨਾ ਸਮਝੋ। ਅਗਲੇ ਹਫਤੇ ਮੇਰੀ ਤੇ ਤੁਹਾਡੀ ਫਿਰ ਇੱਕ ਵਾਰੀ ਮੁਲਾਕਾਤ ਹੋਏਗੀ ਕਹਾਣੀ ਜ਼ਿੰਦਗੀ ਦੇ ਵਿੱਚ, ਇੱਕ ਨਵੀਂ ਗੱਲਬਾਤ, ਇੱਕ ਨਵਾਂ ਟੌਪਿਕ ਲੈ ਕੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।